ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਲੜੀਵਾਰ ਵਿਚਾਰ ਸ਼ਲੋਕ 12 ਤੇ ਵਧੇਕ ਦੀ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੇ ਵਿਚਾਰ ਦੇ ਅੰਦਰ ਕੱਲ ਸ਼ਲੋਕ ਨੰਬਰ 52 ਤੱਕ ਅਸੀਂ ਵਿਚਾਰ ਕੀਤੀ ਸੀ। ਉਸ ਤੋਂ ਅੱਗੋਂ ਅੱਜ ਵਿਚਾਰ ਨੂੰ ਕੰਟੀਨਿਊ ਕਰਦੇ ਹਾਂ। 52 ਨੰਬਰ ਸ਼ਲੋਕ ਤੇ 53 ਨੰਬਰ ਸ਼ਲੋਕ ਦੇ ਵਿੱਚ ਕਾਮਨ ਸ਼ਬਦਾਵਲੀ ਹੈ, तो एक बारी 52 नंबर श्लोक ਨੂੰ ਦੁਬਾਰਾ ਪੜ੍ਹ ਕੇ ਉਹਦੇ ਆਖਰੀ ਅਰਥ ਕਰਕੇ ਤੇ ਫਿਰ ਅੱਗੇ ਚੱਲਦੇ ਹਾਂ। ਸੋ ਸ਼ਲੋਕ ਨੰਬਰ 52 ਦੇ ਵਿੱਚ ਕੱਲ ਜੋ ਵਿਚਾਰ ਆਈ ਸੀ ਕਿ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਆਨ ਦਿਨ ਸੇਵਨ ਗੁਰ ਆਪਣਾ, ਆਨ ਦਿਨ ਆਨੰਦ ਰਹਨ, ਨਾਨਕ ਸੇ ਮੂੰਹ ਸੋਹਣੇ ਸੱਚਾ ਦਰ ਦਿਸਨ। तो ਇਹਦੇ ਵਿੱਚ ਗੁਰੂ ਸਾਹਿਬ ਨੇ ਇੱਕ ਮੁਹਾਵਰੇ ਦੇ ਤੌਰ ਦੇ ਉੱਤੇ ਇੱਕ ਫਰੇਜ਼ ਯੂਜ਼ ਕੀਤਾ ਸੀ, ਸੱਚੀਆਂ ਦਾੜੀਆਂ ਦਾ। ਤੋ ਜਿਵੇਂ ਕੱਲ ਵਿਚਾਰ ਕੀਤੀ ਸੀ ਕਿ ਦਾੜੀ ਸੱਚੀ ਹੋਣ ਤੋਂ ਭਾਵ ਕੀ ਹੈ ਕਿ ਉਹ ਦਾੜੀ ਜੋ ਕਿ ਆਪਣੇ ਆਪ ਵਿੱਚ ਇਨਸਾਨ ਦੇ ਮੈਚੁਰ ਹੋਣ ਦੀ, ਇਨਸਾਨ ਦੇ ਰਿਸਪੌਂਸਿਬਲ ਬਣਨ ਦੀ ਇੱਕ ਸੂਚਕ ਹੈ। ਉਹ ਸੱਚੀ ਹੈ ਅਗਰ ਜੋ ਇਨਸਾਨ ਆਪਣੇ ਫਰਜ਼ ਨੂੰ, ਆਪਣੀ ਜ਼ਿੰਮੇਵਾਰੀਆਂ ਨੂੰ ਠੀਕ ਤਰੀਕੇ ਨਾਲ ਨਿਭਾਉਂਦਾ ਹੈ। ਤੋ ਗੁਰੂ ਸਾਹਿਬ ਇੱਥੇ ਇਹ ਗੱਲ ਕਨਵੇ ਕਰ ਰਹੇ ਹਨ ਕਿ ਉਹਨਾਂ ਮਨੁੱਖਾਂ ਦੀ ਦਾੜੀਆਂ ਸੱਚੀਆਂ ਹਨ, ਇੱਜ਼ਤ ਦੇ ਲਾਇਕ ਹਨ, ਪ੍ਰਵਾਨ ਹਨ, ਜਿਹੜੀਆਂ ਗੁਰੂ ਦੇ ਜਿਹੜੇ ਇਨਸਾਨ ਗੁਰੂ ਦੇ ਚਰਨੀ ਲੱਗਦੇ ਹਨ। ਗੁਰੂ ਦੇ ਚਰਨੀ ਲੱਗਣ ਤੋਂ ਭਾਵ ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਹਦੀ ਕਮਾਈ ਕਰਦੇ ਹਨ। ਤੋ ਅਗਲੀ ਲਾਈਨ ਵਿੱਚ ਉਸ ਗੱਲ ਨੂੰ ਹੋਰ ਖੋਲ ਕੇ ਸਮਝਾਇਆ ਗਿਆ ਸੀਗਾ ਕਿ ਅਨ ਦਿਨ ਸੇਵਨ ਗੁਰ ਆਪਣਾ, ਅਨ ਦਿਨ ਆਨੰਦ ਰਹਨ, ਕਿ ਦਿਨ ਰਾਤ ਉਹ ਆਪਣੇ ਗੁਰੂ ਦੀ ਸੇਵਾ ਕਰਦੇ ਹਨ। ਗੁਰੂ ਦੀ ਸੇਵਾ ਤੋਂ ਭਾਵ ਗੁਰੂ ਦੇ ਹੁਕਮ ਦੀ ਕਮਾਈ ਕਰਦੇ ਹਨ, ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦੇ ਹਨ, ਤੇ ਜਿਸ ਦਾ ਸਦਕਾ ਉਹ ਦਿਨ ਰਾਤ ਆਨੰਦ ਦੀ ਅਵਸਥਾ, ਆਤਮਕ ਖੇੜੇ ਦੀ ਅਵਸਥਾ ਦੇ ਵਿੱਚ ਰਹਿੰਦੇ ਹਨ। ਐਸੇ ਇਨਸਾਨਾਂ ਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਉਹਨਾਂ ਦੇ ਮੂੰਹ ਸੋਹਣੇ ਹਨ, ਉਜਲੇ ਹਨ, ਔਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਐਸੇ ਹੀ ਇਨਸਾਨਾਂ ਦੇ ਦਰਸ਼ਨ ਹੁੰਦੇ ਹਨ। ਭਾਵ ਪਰਮਾਤਮਾ ਦੀ ਦਰਗਾਹ ਦੇ ਵਿੱਚ ਐਸੇ ਹੀ ਲੋਕਾਂ ਨੂੰ ਥਾਂ ਮਿਲਦੀ ਹੈ ਜਿਹੜੇ ਗੁਰੂ ਦੇ ਉਪਦੇਸ਼ ਦੀ, ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ। ਉਹ ਇਹ ਸੱਚੀ ਦਾੜੀ ਵਾਲਾ ਜੋ ਫਰੇਜ਼ ਹੈ ਅਗਲੇ ਸ਼ਲੋਕ ਦੇ ਵਿੱਚ ਵੀ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ। ਇੱਥੇ ਇੱਕ ਇਤਿਹਾਸਕ ਸਾਖੀ ਦਾ ਜ਼ਿਕਰ ਕਰਨਾ ਵੀ ਜਾਇਜ਼ ਹੋਏਗਾ। ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਦੀ ਘਟਨਾ ਹੈ ਕਿ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਇੱਕ ਉੱਥੇ ਇਤਿਹਾਸਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਮਸੰਦਾਂ ਦੇ ਖਿਲਾਫ ਸੰਗਤਾਂ ਵੱਲੋਂ ਬਹੁਤ ਸ਼ਿਕਾਇਤਾਂ ਗੁਰੂ ਸਾਹਿਬ ਨੂੰ ਮਿਲਦੀਆਂ ਸਨ। ਤੇ ਗੁਰੂ ਸਾਹਿਬ ਨੇ ਸਾਰੇ ਹੀ ਮਸੰਦਾਂ ਵਾਸਤੇ ਹੁਕਮ ਜਾਰੀ ਕਰ ਦਿੱਤਾ ਕਿ ਉਹ ਮਸੰਦ ਜਿਹੜੇ ਹਨ ਆਪਣੇ ਗੁਰੂ ਦਰਬਾਰ ਦੇ ਵਿੱਚ ਪੇਸ਼ ਹੋਣ ਤੇ ਉਹਨਾਂ ਦੀ ਸਭ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਚੈੱਕ ਕੀਤੀ ਜਾਏਗੀ, ਔਰ ਸੰਗਤਾਂ ਵੱਲੋਂ ਜਿਨ੍ਹਾਂ ਦੀਆਂ ਸ਼ਿਕਾਇਤਾਂ ਹੋਣਗੀਆਂ ਉਹਨਾਂ ਨੂੰ ਪੁੱਛਿਆ ਜਾਏਗਾ, ਉਹਨਾਂ ਦੀ ਪੇਸ਼ੀ ਹੋਏਗੀ। ਤਾਂ ਇਸ ਤਰੀਕੇ ਦੇ ਨਾਲ ਕਈ ਮਸੰਦ ਜਿਹੜੇ ਨਹੀਂ ਵੀ ਆਏ ਸਨ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਤੇ ਫਿਰ ਉਹਨਾਂ ਦੀ ਮੁਸ਼ਕਾਂ ਬੰਨ੍ਹ ਕੇ ਤੇ ਉਹਨਾਂ ਨੂੰ ਗੁਰੂ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ, ਜਿਹੜੇ ਆਕੀ ਹੋ ਗਏ ਸਨ ਗੁਰੂ ਘਰ ਤੋਂ। ਪਰ ਕੁਝ ਮਸੰਦ ਜਿਹੜੇ ਸਨ ਉਹ ਚੰਗੀ ਸੇਵਾ, ਚੰਗਾ ਪ੍ਰਚਾਰ ਦਾ ਕੰਮ ਕਰਨ ਵਾਲੇ ਵੀ ਸਨ। ਉਹਨਾਂ ਦੇ ਵਿੱਚੋਂ ਇੱਕ ਭਾਈ ਫੇਰੂ ਜੀ ਜਿਹੜੇ ਸਨ ਉਹ ਵੀ ਮਸੰਦ ਸੀਗੇ। ਤੋ ਜਦੋਂ ਸਾਰੇ ਮਸੰਦਾਂ ਦੇ ਵਾਸਤੇ ਹੁਕਮ ਆਇਆ ਕਿ ਵੀ ਸਾਰੇ ਮਸੰਦ ਗੁਰੂ ਦਰਬਾਰ ਵਿੱਚ ਪੇਸ਼ ਹੋਣ, ਤਾਂ ਉਹ ਵੀ ਗੁਰੂ ਦਰਬਾਰ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਵੀ ਨਾ ਬੰਨ੍ਹ ਕੇ ਤੇ ਗੁਰੂ ਦੇ ਦਰਬਾਰ ਦੇ ਆਪਣੇ ਉੱਥੋਂ ਦੀ ਸੰਗਤ ਦੇ ਬੰਦਿਆਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਵੀ ਬੰਨ੍ਹ ਕੇ ਤੇ ਗੁਰੂ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ, ਕਿਉਂਕਿ ਗੁਰੂ ਦਾ ਹੁਕਮ ਆਇਆ ਹੈ ਕਿ ਮਸੰਦਾਂ ਨੂੰ ਪੇਸ਼ ਕੀਤਾ ਜਾਵੇ। ਤਾਂ ਪਰ ਜਦੋਂ ਉਹਨਾਂ ਦੇ ਬਾਰੇ ਵਿੱਚ ਜਿਹੜੀ ਰਿਪੋਰਟ ਸੰਗਤਾਂ ਵਿੱਚੋਂ ਮਿਲੀ ਤਾਂ ਸਾਰੇ ਹੀ ਸਿਫਤ ਦੀ ਰਿਪੋਰਟ ਸੀ ਕਿ ਵੀ ਚੰਗੀ ਉਹਨਾਂ ਦੇ ਬਾਰੇ ਰਿਪੋਰਟ ਸੀ ਕਿ ਵੀ ਉਹ ਗੁਰੂ ਘਰ ਦੀ ਸੇਵਾ ਕਰਨ ਵਾਲੇ, ਸੰਗਤਾਂ ਦਾ ਮਾਨ ਸਨਮਾਨ ਕਰਨ ਵਾਲੇ, ਸੰਗਤਾਂ ਦੀ ਸੇਵਾ ਕਰਨ ਵਾਲੇ, ਔਰ ਸੰਗਤਾਂ ਦੇ ਵੱਲੋਂ ਮਿਲੀ ਜਿਹੜੀ ਰਕਮ ਹੈ
ਉਹਨੂੰ ਸਿੱਖੀ ਦੇ ਪ੍ਰਚਾਰ ਦੇ ਕਾਰਜਾਂ ਵਿੱਚ ਹੀ ਵਰਤਣ ਵਾਲੇ ਹਨ ਔਰ ਕੋਈ ਕੁਤਾਹੀ ਨਹੀਂ ਕਰਦੇ। ਉਹ ਐਸੀ ਉਹਨਾਂ ਦੀ ਵਡਿਆਈ, ਉਹਨਾਂ ਦੀ ਸਿਫਤਾਂ ਸੁਣ ਕੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਬਲਕਿ ਸੱਚੀ ਦਾੜੀ ਦਾ ਜੋ ਹੈ ਉਹ ਇੱਕ ਖਿਤਾਬ ਮਾਨੋ ਉਹਨਾਂ ਨੂੰ ਦਿੱਤਾ ਗਿਆ ਤੇ ਉਹਨਾਂ ਦਾ ਨਾਮ ਹੀ ਫਿਰ ਮਸ਼ਹੂਰ ਹੋ ਗਿਆ, ਭਾਈ ਫੇਰੂ ਸੱਚੀ ਦਾੜੀ। तो सच्ची दाढ़ी तो भाव यही सी भी ਜਿਹੜਾ ਬੰਦਾ ਆਪਣੀ ਜ਼ਿੰਮੇਵਾਰੀ ਨੂੰ ਦਿਆਨਤਦਾਰੀ ਦੇ ਨਾਲ पूरी तरह निभाता है और कामयाब होता है। तो ऐसा इंसान इज्जत का पात्र है, सन्मान का पात्र है। सो से दाड़ियां सच्चियां जे गुरचरनी लगान। तो ਜਿਹੜੇ इंसान गुरु के चरनी लगते हैं उन्हों की दाड़ियां सच्चियां होंदियां हैं, वो सन्मान पाते हैं, परमात्मा की दरगाह दे विच भी वो सोहणे लगते हैं और उत्थे उन्होंने मिलन बैठन की जगह उन्होंने उत्थे हाज़री की जगह मिलती है। अगले श्लोक के अंदर भी यही फ्रेज वरत के गुरु साहब उन गल समझा रहे हैं। श्लोक नंबर 53, मुख सच्चे सच दाड़ियां, सच बोले सच कमाए, सच्चा शब्द मन वस्या, सतगुर माहे समाए, सच्ची राशि सच धन, उत्तम पदवी पाए, सच सुने सच मन लैन, सच्ची कार कमाए, सच्ची दरगाह बैसना, सच्चे माहे समाए, नानक विन सतगुर सच ना पाइए, मनमुख भुले जाए। तो ਜਿਹੜਾ ਲੋਕਾਂ ਦੀ ਗੱਲ श्लोक नंबर 52 ਚ ਕੀਤੀ ਗਈ ਹੈ ਉਹਨਾਂ ਦੇ ਬਾਰੇ ਹੀ थोड़ी होर व्याख्या इस श्लोक ਵਿੱਚ ਕੀਤੀ जा रही है कि मुख सच्चे सच दाड़ियां। कि ऐसे इंसानां दे मूँह भी सच्चे ਹਨ ਤੇ ਉਹਨਾਂ ਦੀਆਂ ਦਾੜੀਆਂ ਵੀ ਸੱਚੀਆਂ ਹਨ। ਭਾਵ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਦੇ ਹੱਕਦਾਰ ਹਨ। ਉਹਨਾਂ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਜਲੇ ਮੁਖ ਹੁੰਦੇ ਹਨ। ਕਿਹੜੇ? ਜਿਹੜੇ ਸੱਚ ਬੋਲੇ ਸੱਚ ਕਮਾਏ। ਜਿਹੜੇ ਮਨੁੱਖ ਉਸ ਹਰੀ ਪ੍ਰਭੂ ਦਾ ਜੋ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਹੈ ਉਸੇ ਦਾ ਹੀ ਨਾਮ ਲੈਂਦੇ ਹਨ, ਉਸੇ ਦੇ ਹੀ ਨਾਮ ਦੀ ਕਮਾਈ ਕਰਦੇ ਹਨ, ਨਾਮ ਸਿਮਰਨ ਦੀ ਉਹਦੀ ਕਮਾਈ ਕਰਦੇ ਹਨ। ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਹਮੇਸ਼ਾ ਹੀ ਉਸ ਸਦਾ ਸਥਿਰ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਸਿਫਤ ਸਲਾਹ ਦਾ ਸ਼ਬਦ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਹੈ ਅਤੇ ਉਹ ਹਮੇਸ਼ਾ ਹੀ ਗੁਰੂ ਦੀ ਸਿੱਖਿਆ ਦੇ ਵਿੱਚ ਮਾਨੋ ਸਮਾਏ ਹੁੰਦੇ ਹਨ। ਗੁਰੂ ਦੀ ਸਿੱਖਿਆ 'ਚ ਸਮਾਏ ਹੋਣ ਤੋਂ ਭਾਵ ਹੈ ਕਿ ਜ਼ਿੰਦਗੀ ਦਾ ਕੋਈ ਵੀ ਕੰਮ ਕਰਨ ਵੇਲੇ ਉਹਨਾਂ ਦੀ ਸੋਚ ਦੇ ਅੰਦਰ ਹਮੇਸ਼ਾ ਸਤਿਗੁਰੂ ਦਾ ਉਪਦੇਸ਼ ਜਿਹੜਾ ਹੈ ਉਹੀ ਗਾਈਡਿੰਗ ਫੋਰਸ ਹੁੰਦਾ ਹੈ ਜਿਹਦੇ ਮੁਤਾਬਕ ਉਹ ਕੋਈ ਵੀ ਨਿਰਣਾ ਕਰਦੇ ਹਨ। ਭਾਵ ਜ਼ਿੰਦਗੀ ਦੇ ਵਿੱਚ ਕੋਈ ਵੀ ਫੈਸਲਾ ਕਰਨ ਲੱਗਿਆ ਕਿਸੇ ਕੰਮ ਨੂੰ ਕਰਨਾ ਹੈ ਜਾਂ ਨਹੀਂ ਕਰਨਾ, ਉਹ ਗਾਈਡੈਂਸ ਜਿਹੜੀ ਹੈ ਗੁਰੂ ਦੇ ਉਪਦੇਸ਼ ਤੋਂ ਹੀ ਲੈਂਦੇ ਹਨ। ਉਹ ਆਪਣੇ ਮਨ ਦੇ ਮਗਰ ਨਹੀਂ ਤੁਰਦੇ ਪਰ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੀ ਨਿਰਣਾ ਕਰਦੇ ਹਨ ਕਿ ਕਿਹੜਾ ਕੰਮ ਕਰਨ ਲਾਇਕ ਹੈ ਤੇ ਕਿਹੜਾ ਕੰਮ ਨਾ ਕਰਨ ਲਾਇਕ ਹੈ। तो इस चीज ਨੂੰ ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਕਿ ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਏ। ਸੋ ਇਹਨਾਂ ਦੋਨੋਂ ਪੰਕਤੀਆਂ ਦੇ ਵਿੱਚ ਉਹਨਾਂ ਗੁਰਮੁਖਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਸੱਚ ਬੋਲੇ ਸੱਚ ਕਮਾਏ, ਜਿਨ੍ਹਾਂ ਦੇ ਸੱਚਾ ਸ਼ਬਦ ਮਨ ਵਸਿਆ ਤੇ ਜਿਹੜੇ ਸਤਿਗੁਰ ਮਾਹੇ ਸਮਾਏ। ਉਹ ਸੱਚ ਬੋਲਦੇ ਹਨ, ਸੱਚ ਦੀ ਕਮਾਈ ਕਰਦੇ ਹਨ। ਭਾਵ ਉਹਨਾਂ ਦੀ ਰਸਨਾ ਦੇ ਉੱਤੇ ਵੀ ਉਸ ਸੱਚੇ ਪ੍ਰਭੂ ਦਾ ਹੀ ਨਾਮ ਹੁੰਦਾ ਹੈ, ਉਸ ਦੀ ਵਡਿਆਈਆਂ, ਉਹਦੀ ਸਿਫਤ ਸਲਾਹ ਦੀ ਹੀ, ਉਹ ਨਾਮ ਦੀ ਹੀ ਕਮਾਈ ਕਰਦੇ ਹਨ। ਉਹਨਾਂ ਦੇ ਹਿਰਦੇ ਦੇ ਅੰਦਰ, ਉਹਨਾਂ ਦੇ ਮਨ ਦੇ ਅੰਦਰ ਸੱਚੇ ਪ੍ਰਭੂ ਦਾ ਹੀ ਸ਼ਬਦ ਵਸਿਆ ਹੁੰਦਾ ਹੈ ਜੋ ਉਹਨਾਂ ਨੇ ਗੁਰੂ ਪਾਸੋਂ ਸਿੱਖਿਆ ਹੁੰਦਾ ਹੈ, ਗੁਰੂ ਪਾਸੋਂ ਸਰਵਨ ਕੀਤਾ ਹੁੰਦਾ ਹੈ। ਅਤੇ ਸਤਿਗੁਰ ਮਾਹੇ ਸਮਾਏ, ਉਹਨਾਂ ਦੀ ਸੁਰਤ ਹਮੇਸ਼ਾ ਹੀ ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਵਿੱਚ ਹੀ ਸਮਾਈ ਰਹਿੰਦੀ ਹੈ, ਲੀਨ ਰਹਿੰਦੀ ਹੈ। ਉਹਨਾਂ ਦੇ ਸੋਚ ਦੇ ਅੰਦਰ ਹਮੇਸ਼ਾ ਹੀ ਉਹੀ ਵਿਚਾਰ ਆਉਂਦੇ ਹਨ ਜਿਹੜੇ ਗੁਰੂ ਦੇ ਉਪਦੇਸ਼ਾਂ ਦੇ ਅਨੁਕੂਲ ਹੁੰਦੇ ਹਨ, ਗੁਰੂ ਦੀ ਸਿੱਖਿਆ ਦੇ ਅਨੁਸਾਰ ਹੁੰਦੇ ਹਨ। तो ऐसे इंसानों के वास्ते गुरु साहब ने कहा है कि मुख सच्चे सच दाड़ियां।
ਉਹਨਾਂ ਦੇ ਮੂੰਹ ਵੀ ਸੱਚੇ ਹੁੰਦੇ ਹਨ, ਉਹਨਾਂ ਦੀ ਦਾੜੀ ਵੀ ਸੱਚੀ ਹੈ। ਭਾਵ ਉਹਨਾਂ ਦੇ ਮੂੰਹ ਸਤਿਕਾਰ ਦੇ ਲਾਇਕ ਹੁੰਦੇ ਹਨ, ਉਹਨਾਂ ਦੀ ਦਾੜੀਆਂ ਵੀ ਇੱਜ਼ਤ ਮਾਨ ਦੀਆਂ, ਸਤਿਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ। तो दाढ़ी हकदार सत्कार दी होनी, मूँह इज्जत दे हकदार होने तो भी भाव यही है कि उन्हां दे किरदार दे उत्ते लोकी भरोसा करते हैं, उन्हां दे किरदार नूं सच्चा सुच्चा समझते हैं। तो उन्हां दे बारे किसी दे मन दे विच कोई शक शुबा नहीं हुंदा कि ऐसा इंसान कोई माड़ा काम, कोई गलत काम कर सकता है। तो जिन्हां दे किरदार दे उत्ते लोकां नूं यकीन होवे, ਜਿਹਦੇ ਕਿਰਦਾਰ ਦੇ ਉੱਤੇ ਭਰੋਸਾ ਹੋਵੇ, ਉਹ ਕੁਦਰਤੀ ਗੱਲ ਹੈ ਕਿ ਸਮਾਜ ਦੇ ਵਿੱਚ ਵੀ ਉਹ ਇੱਜ਼ਤ ਮਾਨ ਸਤਿਕਾਰ ਪਾਉਂਦੇ ਹਨ। ਪਰਮਾਤਮਾ ਦੀ ਦਰਗਾਹ ਦੇ ਅੰਦਰ ਵੀ ਐਸੇ ਇਨਸਾਨਾਂ ਨੂੰ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ, ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹਿੰਦੇ ਹਨ, ਉਹਨਾਂ ਨੂੰ ਉੱਥੇ ਵੀ ਆਦਰ ਸਤਿਕਾਰ ਮਿਲਦਾ ਹੈ। ਅਗਲੀ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ। राशि भाव राशि का लफज है कि उन्होंने कोल रास पूंजी जड़ी है वो भी सच्चे प्रभु के नाम की ही रास पूंजी होंगी है। उन्होंने कोल सच्चे प्रभु का ही नाम धन होंदा है। ऐसे इंसान जीवन दे विच उत्तम पदवी प्राप्त करते हैं, वो मनुख इस लोक विच भी ते परलोक विच भी उच्चा दर्जा पाते हैं। दुनिया दे विच तां लोकी वडियाइयां पाउण वास्ते, कोई उच्चियां पदवियां हासिल करने वास्ते कई तरह के ढंग तरीके अपनाते हैं, किसी की सिफारिशा करते हैं, किसी लोगों की चापलूसी करते हैं, जोड़े राजनीतिक पदवियां के उत्ते विराजमान होंगे हैं, उन्होंने जाके खुशामद करते हैं कि सानू भी कोई पद्म श्री, कोई पद्म भूषण, कोई इस तरीके के अवार्ड मिल जाए, कोई फलाना अवार्ड मिल जाए। कई लोग पैसे दे के भी अवार्ड खरीदते हैं। तो दुनियादारी के विच इहो जिहे सारे कोई सही तो कुछ गलत ढंग हर तरीके के वरतों च ले जाते हैं। पर परमात्मा की दरगाह के अंदर तो कोई किसी की सिफारिश, कोई किसी का गलत तरीका, कोई अप्रोच चलती नहीं है। उत्थे तो जिहड़े इज्जत मान के हकदार होंदे हैं, उन्होंने ही दरगाह दे विच जगह मिलती है और इज्जत मान मिलता है। तो सच्ची राशि सच धन उत्तम पदवी पाहे। तो ये मुख सच्चे वाले, सच्चियां दाड़ियां वाले वो इंसान ਜਿਹੜੇ सच बोलते हैं, सच कमाते हैं, जिन्हों के मन में सच्चा शब्द वसिया होंदा है, जिन्हों की सुरत हमेशा सतगुर के उपदेश के ही लीन रहती है। तो उन्होंने जीवन की रास पूंजी, उन्होंने धन भाव जिस चीज़ के उत्ते वो रिलाई करते हैं, जिस चीज़ को वो अपनी जिंदगी में हर डिसीजन मेकिंग वरतते हैं, उन्होंने हर काम वास्ते रास पूंजी और धन जिहड़ा है वो गुरु का उपदेश ही होंदा है। तो गुरु के उपदेश तो बाहर जाके वो जिंदगी का कोई काम नहीं करते। ऐसे इंसान प्रभु की दरगाह के विच उत्तम पदवी पाए, उन्होंने उच्ची पदवी मिलती है, वो सन्मान के हकदार होंगे हैं। इसे ही भाव नूं अगे होर बयान करते हैं कि सच सुने, सच मन लैन, सच्ची कार कमाए। ऐसे मनुख हमेशा ही उस प्रभु के नाम नूं सुनते हैं, सदा थे हरि नाम नूं पूरे सिदक ते पूरी शरधा दे नाल वो मनते हैं, ते उस नाम दे अनुसार ही उस नाम दी वो अपने जिंदगी दे अंदर उसकी याद नूं ही अपनी जिंदगी का सहारा बना के उसे दे मुताबिक ही जीवन की कार कमाई करते हैं, अपनी जिंदगी नूं चलाते हैं प्रभु के नाम दे विच सुरत नूं जोड़ के। नाम दे विच सुरत जोड़ना दा प्रैक्टिकल भाव की है, वो है प्रभु के गुणां दे नाल सांझ पानी। जो प्रभु के गुण हैं, क्योंकि सारे गुणों का दाता, गुणों का सोमा प्रभु परमात्मा ही है। तो प्रभु के गुण जिहड़े हैं वो इंसान जिहड़े अपने अंदर धारण कर लेंदे हैं, अपने जीवन दे विच उन्हां गुणों का इस्तेमाल करते हैं। उन्हां वास्ते ये गल आखी जा सकती है कि सच सुने, सच मन लैन, सच्ची कार कमाए। तो सच्ची कार कमाई करन दा भाव ही है प्रभु के गुणों नूं जीवन दे विच अपना लेना, उन्हां गुणों के राही अपने जीवन की कार चलानी, भाव जीवन जिंदगी नूं तोरना, गुणों दे नूं अप्लाई करके अपने जिंदगी के अंदर गुणों की वरतों करनी। वो गुण जिहड़े दैवी गुण हैं, जिहड़े प्रभु के गुण हैं, जिन्हां नूं शुभ गुण
ਜਿਵੇਂ ਸਤ, ਸੰਤੋਖ, ਦਇਆ, ਧਰਮ, ਧੀਰਜ, ਜਿਨ੍ਹਾਂ ਦੀ ਆਮ ਗੱਲ ਕੀਤੀ ਜਾਂਦੀ ਹੈ ਜਦੋਂ ਵੀ ਸ਼ੁਭ ਗੁਣਾਂ ਦੀ ਗੱਲ ਹੁੰਦੀ ਹੈ, ਤਾਂ ਇਹ 5 ਪ੍ਰਮੁੱਖ ਗੁਣ ਜਿਹੜੇ ਹਨ ਇਹਨਾਂ ਦੇ ਆਮ ਤੌਰ ਤੇ ਮਿਸਾਲ ਦਿੱਤੀ ਜਾਂਦੀ ਹੈ। ਤਾਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਸਾਰੇ ਦੇਵੀ ਗੁਣ ਨਜ਼ਰ ਆਉਂਦੇ ਹਨ। ਉਹਨਾਂ ਦੇ ਕਰਮਾਂ ਦੇ ਵਿੱਚੋਂ ਧੀਰਜ ਨਜ਼ਰ ਆਉਂਦਾ ਹੈ, ਸੰਤੋਖ ਨਜ਼ਰ ਆਉਂਦਾ ਹੈ, तो दया उन्होंने हर किरदार विचों उन्होंने नजर आती है। तो उस ऐसे इंसानों के बारे ही आख्या जा सकता है कि सच्ची राशि सच धन उत्तम पदवी पाए, सच सुने सच मन लैन, सच्ची कार कमाए। सच्ची कार कमाए का जो प्रैक्टिकल भावर्थ है कि वो दैवी गुणों की अपनी जिंदगी के अंदर वरतों करते हैं। उन्होंने हर काम के विचों इन्हां गुणों की एप्लीकेशन नजर आती है। सो अखीर ते फिर अखीरली पंक्तियां गुरु साहब कहते हैं कि सच्ची दरगाह बैसना सच्चे माहे समाए। ऐसे इंसान जिहड़े हन उन्होंने ही परमात्मा की सदा स्थिर रहन वाले प्रभु की दरगाह दे विच बैठना मिलता है, उन्होंने ही टिकाणा मिलता है कि वो मानो उस सच्चे प्रभु दे विच ही लीन हो जाते हैं, इकमिक हो जाते हैं। उन्हों दे विच ते परमात्मा दे विच फिर कोई विथ नहीं रह जाती, कोई फर्क नहीं रह जाता। हर हर जन दो एक है, वे विचार किछ ना है। तो सच्ची दरगाह बैसना सच्चे माहे समाए, समा जाते हैं। जिवें कोई दरिया समुद्र च लीन हो जाता है तो वह दरिया की अपनी हस्ती मिट जाती है, वो समुद्र का ही रूप हो जाता है। तो ये ऐसे गुरमुख सज्जन जिहड़े शब्द की जिन्हां दे मन दे विच शब्द वसिया हुंदा है, जिहड़े सच्ची कार की कमाई कर रहे हुंदे हन, वो ही उस प्रभु का ही रूप हो जाते हैं, वो प्रभु के गुणों के धारनी हो जाते हैं। तो इसलिए उन्होंने वास्ते गुरु साहब ये कहते हैं कि सच्ची दरगाह बैसना सच्चे माहे समाहे। पर जेड़े गुरु के उपदेश की कमाई नहीं करते, हुण आखिरी पंक्ति में जो कंट्रास्ट कंपैरिजन दे दिता गया है उल्ट जिंदगी जीन वालियां दा कि नानक बिन सतगुर सच ना पाईए मनमुख भूले जाए। कि सच्चे गुरु की शरण च पे बिना उस सच की सदा कायम रहने वाले प्रभु की उहदे गुणां की प्राप्ति हो नहीं सकती। मनमुख अपने मन के पिछे तुरन वाले इंसान जिहड़े हन वो भुलेखे विच ही अपने जीवन बतीत करते हैं, वो भुले रहते हैं, भटकते रहते हैं, कुराए पै जाते हैं, जिहड़े अपने मन के मगर तुरते हैं। तो मन के मगर लग के मन के विचारों के अधीन जिंदगी चला के परमात्मा की दरगाह दे विच स्थान नहीं मिलती, उच्ची पदवी नहीं मिलती, वो दाड़ियां सच्चियां नहीं होंदियां जिहड़े जिहड़े मन के मगर तुरते हैं। तो वही मुख सच्चे सच दाड़ियां हैं जिहड़े सच बोलते हैं, सच कमाते हैं, जिहड़े सतगुर माए समाए होंदे हैं, जिन्हां दे मन दे विच सच्चा शब्द वसिया हुंदा है। ऐसे ही लोगों को सच्ची दरगाह दे विच बैसन मिलता है ते सच्चे विच लीन हो जाते हैं। पर आखिरी पंक्ति गुरु साहब चेतावनी दे रहे हैं कि बिन सतगुर सच ना पाइए। सतगुर की शरण च पे बिना, सतगुर के उपदेश की कमाई किए बिना उस सच्चे विच लीन नहीं होया जा सकता। उस तो बिना उस प्रभु की प्राप्ति नहीं हो सकती। जिहड़े अपने मन के मगर तुरते हैं वो कुराए पे रहते हैं, गलत रस्ते पै जाते हैं तो जीवन अपना अजाई गवा के चले जाते हैं। अगला श्लोक नंबर जी, श्लोक नंबर 54। इस श्लोक के अंदर एक हुण मिसाल वरती गई है बबीहे दी, जिहड़ी अगले 2-3 श्लोकों के विच रिपीट हो रही है। श्लोक नंबर 54 गुरु साहब फरमा रहे हैं, बबीहा प्रियो प्रियो करे जल निध प्रेम प्यार, गुर मिले शीतल जल पाया, सब दुख निवारण हार, तिस चुकै सहज उपजै, चुकै कूक पुकार, नानक गुरमुख शांत होए, नाम रखो उर तार। मिसाल ली गई है बबीहे की। बबीहा या पपीहा ये दोनों ही इसके नाम मिलते हैं। और ये बारे चीज़ मशहूर है कि ये भावें रहिंदा समुद्र के नेड़े ही है, पर यह समुद्र दे विचों पानी नहीं पींदा। जे होर भी कोई खड़े हुए पानी के जिहड़े स्रोत हुंदे हैं, जे किसी सरोवर के किसी दरिया के भी नेड़े होवे तां भी ये उत्थों पानी पी नहीं सकता।
ਇਹਨੂੰ ਸਿਰਫ ਜੋ ਸਿੱਧੀ ਆਕਾਸ਼ ਤੋਂ ਵਰਖਾ ਦੇ ਰੂਪ ਵਿੱਚ ਸਿੱਧੀ ਬੂੰਦ ਜਿਹੜੀ ਇਹਦੇ ਮੂੰਹ 'ਚ ਪੈਂਦੀ ਹੈ ਉਹੀ ਇਹਦੇ ਅੰਦਰ ਜਾ ਸਕਦੀ ਹੈ, ਜਿਹਦੇ ਨਾਲ ਇਸ ਦੀ ਪਿਆਸ ਬੁਝਦੀ ਹੈ। ਤੇ ਜਦੋਂ ਇਹਨੂੰ ਬਹੁਤ ਪਿਆਸ ਲੱਗਦੀ ਹੈ ਤਾਂ ਫਿਰ ਇਹਦੇ ਅੰਦਰੋਂ ਉਸ ਪਿਆਸ ਦੀ ਤੜਪ ਨੂੰ ਜ਼ਾਹਿਰ ਕਰਨ ਵਾਸਤੇ ਜੋ ਆਵਾਜ਼ ਨਿਕਲਦੀ ਹੈ ਉਹ ਪ੍ਰਿਓ ਪ੍ਰਿਓ ਦੀ ਆਵਾਜ਼ ਇਉਂ ਲੱਗਦੀ ਹੈ ਜਿਵੇਂ ਪ੍ਰਿਓ ਪ੍ਰਿਓ ਬੋਲ ਰਿਹਾ ਹੈ। ਤੋ ਆਵਾਜ਼ ਤਾਂ ਇਹਦੀ ਆਪਣੀ ਹੁੰਦੀ ਹੈ, ਕੋਈ ਲਫ਼ਜ਼ ਬੋਲਦਾ ਨਹੀਂ ਹੈ ਬਬੀਹਾ, ਪਰ ਜਿਹੜੇ ਜਿਸ ਤਰ੍ਹਾਂ ਹੁੰਦਾ ਨਾ ਕਿ ਜਿਹੜੇ ਲੋਕੀ ਕਿਸੇ ਇੱਕ ਚੀਜ਼ ਦੇ ਨਾਲ ਜ਼ਿਆਦਾ ਜੁੜੇ ਹੋਣ, ਜਿਨ੍ਹਾਂ ਦੇ ਅੰਦਰ ਕਿਸੇ ਕਿਸੇ ਇੱਕ ਚੀਜ਼ ਵਾਸਤੇ ਬਹੁਤ ਜ਼ਿਆਦਾ ਅਟੈਚਮੈਂਟ ਹੋਵੇ, ਸਨੇਹ ਹੋਵੇ, ਤਾਂ ਉਹ ਉਹਨਾਂ ਨੂੰ ਉਹਦੇ ਵਿੱਚੋਂ ਵੀ ਆਪਣੇ ਪਿਆਰੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੇ ਇੱਕ ਲੇਖ ਦੇ ਵਿੱਚ ਇਸ ਤਰੀਕੇ ਦਾ ਵਰਣਨ ਕੀਤਾ ਹੈ ਕਿ ਜਿਹੜੇ ਪ੍ਰਭੂ ਦੇ ਪਿਆਰ ਦੇ ਵਿੱਚ ਜੁੜੇ ਹੋਏ ਹੁੰਦੇ ਹਨ, ਉਹਨਾਂ ਨੂੰ ਆਮ ਦੁਨੀਆ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚੋਂ ਵੀ ਉਹਨਾਂ ਨੂੰ ਪ੍ਰਭੂ ਪਿਆਰੇ ਦਾ ਨਾਮ ਹੀ ਸੁਣਾਈ ਦਿੰਦਾ ਹੈ। ਜਿਵੇਂ ਗੁਰਬਾਣੀ 'ਚ ਵੀ ਇੱਕ ਪੰਕਤੀ ਆਉਂਦੀ ਹੈ ਕਿ ਹਰ ਹਟ ਵੀ ਤੂੰ ਤੂੰ ਕਰੇ। ਉਹ ਹਰ ਹਟ ਜਦੋਂ ਚੱਲਦਾ ਹੈ ਤਾਂ ਬੇਸਿਕਲੀ ਉਹ ਜਿਹੜੇ ਉਹਦਾ ਮੈਟਲ ਦਾ ਉਹਦਾ ਵੀਲ ਹੁੰਦਾ ਹੈ, ਉਹ ਜਦੋਂ ਵੀਲ ਘੁੰਮਦਾ ਹੈ ਤੇ ਜਿੱਥੇ ਉਹਦੇ ਅੰਦਰ ਫਿਰ ਸਪੋਕਸ ਲੱਗੇ ਹੁੰਦੇ ਨੇ ਤੇ ਜਿਹਦੇ ਜਿਸ ਐਕਸਲ ਦੇ ਦੁਆਲੇ ਉਹ ਵੀਲ ਘੁੰਮਦਾ ਹੈ ਤਾਂ ਉਸ ਰੋਟੇਸ਼ਨ ਦੇ ਨਾਲ ਉਹਦੇ ਵਿੱਚੋਂ ਮੈਟਲ ਦੇ ਨਾਲ ਜਿਹੜੀ ਰਗੜਨ ਦੀ ਆਵਾਜ਼ ਹੈ ਉਹ ਥੋੜੀ ਸਾਊਂਡ ਪ੍ਰੋਡਿਊਸ ਹੁੰਦੀ ਹੈ। ਪਰ ਉਹ ਸਾਊਂਡ ਐਸੀ ਹੁੰਦੀ ਹੈ ਕਿ ਜਿਹੜੇ ਪ੍ਰਭੂ ਪਿਆਰ ਵਾਲੇ ਨੂੰ ਲੱਗਦਾ ਹੈ ਕਿ ਇਹ ਵੀ ਤੂੰ 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 ਕਰ ਰਿਹਾ ਹੈ। ਉਹ ਆਵਾਜ਼ ਤਾਂ ਮੈਟਲ ਦੀ ਆਪਸ ਵਿੱਚ ਰਗੜ ਦੀ ਆਵਾਜ਼ ਹੁੰਦੀ ਹੈ, ਪਰ ਉਹਨਾਂ ਨੂੰ ਉਹਦੇ ਵਿੱਚੋਂ ਵੀ ਤੂੰ ਤੂੰ ਸੁਣਾਈ ਦਿੰਦਾ ਹੈ। ਇਵੇਂ ਹੀ ਪ੍ਰਭੂ ਦੇ ਪਿਆਰਿਆਂ ਨੂੰ ਬਬੀਹੇ ਦੀ ਜਿਹੜੀ ਸਾਊਂਡ ਹੈ, ਜੋ ਉਹਦੀ ਕੁਦਰਤੀ ਆਵਾਜ਼ ਹੈ, ਉਹਦੇ ਵਿੱਚੋਂ ਉਹਨਾਂ ਨੂੰ ਪ੍ਰਿਓ ਪ੍ਰਿਓ ਭਾਵ ਪਿਆਰੇ ਦੀ ਯਾਦ ਦੀ ਆਵਾਜ਼ ਸੁਣਾਈ ਦਿੰਦੀ ਹੈ। ਤਾਂ ਗੁਰਬਾਣੀ ਦੇ ਅੰਦਰ ਇਹ ਗੱਲ ਅਨੇਕਾਂ ਪੰਕਤੀਆਂ ਵਿੱਚ ਪੜ੍ਹਨ ਨੂੰ ਮਿਲਦੀ ਹੈ ਕਿ ਬਾਬੀਹਾ ਪ੍ਰਿਓ ਪ੍ਰਿਓ ਕਰੇ, ਮਾਨੋ ਉਹ ਵੀ ਆਪਣੇ ਪਿਆਰੇ ਨੂੰ ਯਾਦ ਕਰ ਰਿਹਾ ਹੈ। ਜਲ ਨਿਧ ਪ੍ਰੇਮ ਪਿਆਰ, ਜਲ ਨਿਧ ਤੋਂ ਭਾਵ ਹੈ ਪਾਣੀ ਦਾ ਖਜ਼ਾਨਾ, ਭਾਵ ਬੱਦਲ। ਤਾਂ ਬਬੀਹੇ ਨੂੰ ਤਾਂ ਬੱਦਲ ਦੇ ਨਾਲ ਪਿਆਰ ਹੈ। ਕਿਉਂ? ਕਿਉਂਕਿ ਬੱਦਲ ਹੋਏਗਾ, ਬੱਦਲ ਵਰਸੇਗਾ ਤੇ ਤਾਂ ਹੀ ਉਸ ਨੂੰ ਸਿੱਧੇ ਉਹਦੇ ਮੂੰਹ 'ਚ ਬੂੰਦ ਪਾਣੀ ਦੀ ਪਵੇਗੀ ਤੇ ਉਹ ਜਿਹਦੇ ਨਾਲ ਉਹਦੀ ਪਿਆਸ ਬੁਝੇਗੀ। ਇਉਂ ਕਿਹਾ ਜਾਂਦਾ ਹੈ ਕਿ ਇਹਦੇ ਗਲੇ ਦੇ ਅੰਦਰ ਕੁਝ ਐਸੀ ਕੋਈ ਮੋਰੀ ਹੈ ਕਿ ਜਿਹਦੇ ਕਰਕੇ ਇਹ ਜਿਹੜਾ ਪਾਣੀ ਦੇ ਖੜੇ ਸਰੋਤ ਨੇ ਉਹਨਾਂ ਦੇ ਵਿੱਚੋਂ ਇਹ ਪਾਣੀ ਪੀ ਨਹੀਂ ਸਕਦਾ ਤੇ ਇਹ ਸਿਰਫ ਬਾਰਿਸ਼ ਦੀ ਬੂੰਦ ਦੇ ਨਾਲ ਹੀ ਇਹਦੀ ਪਿਆਸ ਬੁਝਦੀ ਹੈ। ਐਗਜ਼ੈਕਟਲੀ ਇਹ ਚੀਜ਼ ਹੈ ਜਾਂ ਨਹੀਂ ਹੈ, ਇਹਦੇ ਬਾਰੇ ਵੀ ਕਈਆਂ ਦੇ ਵਿੱਚ ਜੋ ਹੈ ਇਸ ਦੇ ਵਿੱਚ ਮਤਭੇਦ ਹਨ, ਪਰ ਲਿਟਰੇਚਰ ਦੇ ਵਿੱਚ, ਪੋਇਟਰੀ ਦੇ ਵਿੱਚ ਇਸ ਦਾ ਜ਼ਿਕਰ ਅਨੇਕਾਂ ਥਾਈਂ, ਹੋਰ ਵੀ ਗੁਰਬਾਣੀ ਤੋਂ ਬਾਹਰਲੀ ਪੋਇਟਰੀ 'ਚ ਵੀ ਇਸ ਬਬੀਹੇ ਦੇ ਬਾਰੇ 'ਚ ਅਨੇਕਾਂ ਜਗ੍ਹਾ ਤੇ ਵਰਣਨ ਮਿਲਦਾ ਹੈ। ਤੋ ਇਹ ਇਸ ਦੇ ਬਾਰੇ ਜੋ ਚੀਜ਼ ਹੈ ਮਸ਼ਹੂਰ ਹੈ ਕਿ ਇਹਦੀ ਬੂੰਦ ਸਵਾਂਤੀ ਬੂੰਦ ਦੇ ਨਾਲ ਹੀ ਇਹਦੀ ਪਿਆਸ ਬੁਝਦੀ ਹੈ, ਅਦਰਵਾਈਜ਼ ਇਹ ਪਿਆਸ ਦੇ ਵਿੱਚ ਤੜਪਦਾ ਰਹਿੰਦਾ ਹੈ। ਤੋ ਇੱਥੇ ਗੁਰੂ ਸਾਹਿਬ ਇਸ ਬਬੀਹੇ ਦੀ ਮਿਸਾਲ ਲੈ ਕੇ ਕਿ ਜਿਹਨੂੰ ਕੇਵਲ ਤੇ ਕੇਵਲ ਬੱਦਲ ਤੋਂ ਆਈ ਹੋਈ ਪਾਣੀ ਦੀ ਬੂੰਦ ਜਿਹੜੀ ਹੈ ਉਹਦੇ ਨਾਲ ਹੀ ਅਟੈਚਮੈਂਟ ਹੈ, ਹੋਰ ਕਿਸੇ ਪਾਸੇ ਉਹ ਝਾਕਦਾ ਵੀ ਨਹੀਂ ਹੈ। ਤੋ ਇਹ ਇੱਕ ਇਹਦੀ ਕਰੈਕਟਰਿਸਟਿਕ ਹੈ, ਇਸ ਦੀ ਪ੍ਰਾਪਰਟੀ ਹੈ। ਤੋ ਇਹਦੀ ਮਿਸਾਲ ਲੈ ਕੇ ਗੁਰੂ ਸਾਹਿਬ ਹੁਣ ਗੱਲ ਆਪਣੀ ਸਮਝਾ ਰਹੇ ਹਨ ਕਿ ਜਿਵੇਂ ਬਬੀਹਾ ਪ੍ਰਿਓ ਪ੍ਰਿਓ ਕਰੇ, ਜਲ ਨਿਧ ਪ੍ਰੇਮ ਪਿਆਰ, ਤੇ ਬਬੀਹਾ ਬੱਦਲ ਦੇ ਪ੍ਰੇਮ ਪਿਆਰ ਦੇ ਵਿੱਚ ਉਸ ਬਾਰਿਸ਼ ਦੀ ਬੂੰਦ ਦੀ ਖਾਤਰ ਪ੍ਰਿਓ ਪ੍ਰਿਓ ਪੁਕਾਰਦਾ ਰਹਿੰਦਾ ਹੈ। ਜਦ ਤੱਕ ਉਸ ਨੂੰ ਉਹ ਬੂੰਦ ਨਹੀਂ ਮਿਲਦੀ ਉਹ ਇਹਦੀ ਪੁਕਾਰ ਚਲਦੀ ਰਹਿੰਦੀ ਹੈ। ਤੋ ਗੁਰਮੁਖ ਦੇ ਵਾਸਤੇ, ਇਨਸਾਨ ਦੇ ਵਾਸਤੇ ਗੁਰੂ ਸਾਹਿਬ ਨੇ ਇਸ ਤਸ਼ਬੀਹ ਨੂੰ ਵਰਤ ਕੇ ਤੇ ਗੁਰੂ ਨੂੰ ਬੱਦਲ ਦੇ ਨਾਲ ਤਸ਼ਬੀਹ ਦਿੱਤੀ ਹੈ ਕਿ ਗੁਰਮੁਖ ਸੱਜਣ ਦੇ ਵਾਸਤੇ ਗੁਰੂ ਬੱਦਲ ਰੂਪ ਹੈ, ਜਿਹੜਾ ਪ੍ਰਭੂ ਦੇ ਨਾਮ ਦੇ, ਪ੍ਰਭੂ ਦੀ ਸਿਫਤ ਸਲਾਹ ਦੀ ਬਾਰਿਸ਼ ਕਰਦਾ ਹੈ ਤਾਂ ਗੁਰਮੁਖ ਦੀ ਪਿਆਸ ਬੁਝਦੀ ਹੈ, ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ, ਉਹਦੇ ਅੰਦਰ ਜੋ ਵਿਕਾਰਾਂ ਦੀ ਅਗਨ ਬਲ ਰਹੀ ਹੁੰਦੀ ਹੈ, ਜੋ ਤ੍ਰਿਸ਼ਨਾ ਦੀ, ਹਉਮੈ ਦੀ ਅਗਨ ਉਹਦੇ ਅੰਦਰ ਹੁੰਦੀ ਹੈ, ਉਹ ਅਗਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਗੁਰੂ ਬੱਦਲ ਵਰਸ ਕੇ ਪ੍ਰਭੂ ਨਾਮ ਦੇ ਪਿਆਰ ਦੀ, ਉਹਦੀ ਸਿਫਤ ਸਲਾਹ ਦੀ ਬਾਰਿਸ਼ ਕਰਦਾ ਹੈ। तो अगली पंक्ति च गुरु साहब कहते हैं कि गुर मिले शीतल जल पाया सब दुख निवारण हार।
ਜਦੋਂ ਗੁਰੂ ਦੇ ਨਾਲ ਮਿਲਾਪ ਹੋ ਕੇ ਗੁਰੂ ਦੇ ਸਨਮੁਖ ਹੋਣ ਵਾਲਾ ਜਿਹੜਾ ਇਨਸਾਨ ਹੈ, ਜਦੋਂ ਉਹਨੂੰ ਪਰਮਾਤਮਾ ਦੇ ਪਿਆਰ ਦੇ ਨਾਲ ਉਹ ਪ੍ਰਭੂ ਦਾ ਨਾਮ ਉਹ ਉਚਾਰਨ ਕਰਦਾ ਹੈ, ਜਿਹੜਾ ਉਹਨੂੰ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। ਗੁਰ ਮਿਲੇ ਸ਼ੀਤਲ ਜਲ ਪਾਇਆ ਅਬ ਦੁੱਖ ਨਿਵਾਰਨ ਹਾਰ। ਤਾਂ ਉਹਦੇ ਅੰਦਰ ਦੇ ਜਿਹੜੇ ਸਾਰੇ ਵਿਕਾਰਾਂ ਦੇ ਦੁੱਖ ਹਨ, ਤ੍ਰਿਸ਼ਨਾ ਦਾ ਦੁੱਖ ਹੈ, ਜਿਹੜੀ ਉਹਦੀ ਕੂਕ ਪੁਕਾਰ ਹੈ, ਉਹ ਮੁੱਕ ਜਾਂਦੀ ਹੈ। ਮਾਨੋ ਉਹਦੀ ਤ੍ਰਿਸ਼ਨਾ ਜਿਹੜੀ ਹੈ ਉਹ ਸ਼ਾਂਤ ਹੋ ਜਾਂਦੀ ਹੈ। ਹਾਂਜੀ, ਡਿਸਪਲੇ ਬੰਦ ਹੋ ਗਿਆ, ਦੁਬਾਰਾ ਚਲਾ ਦਿਓ, ਨਹੀਂ ਤਾਂ ਜਾਂ ਮੈਂ ਲੱਭ ਕੇ ਚਲਾਵਾਂ। ਹਾਂਜੀ, ਸੋ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਤੋ ਇਹ ਜਿਹੜਾ ਸੀਤਲ ਜਲ ਹੈ, ਜਿਹੜਾ ਉਹਦੇ ਅੰਦਰ ਵਿਕਾਰਾਂ ਦੀ ਅਗਨੀ ਨੂੰ ਸ਼ਾਂਤ ਕਰਦਾ ਹੈ, ਤੜਪ ਨੂੰ ਸ਼ਾਂਤ ਕਰਦਾ ਹੈ, ਉਹ ਗੁਰੂ ਪਾਸੋਂ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਫਿਰ ਇਸ ਦੇ ਦੁੱਖ ਨੂੰ ਉਹ ਮਿਟਾਉਂਦਾ ਹੈ। ਤੋ ਆਤਮਕ ਠੰਡ ਉਸ ਨੂੰ ਪ੍ਰਾਪਤ ਹੁੰਦੀ ਹੈ। ਸੀਤਲ ਜਲ ਹੈ ਪ੍ਰਭੂ ਦਾ ਨਾਮ, ਜਿਹੜਾ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। ਤੋ ਉਹਦੇ ਨਾਲ ਫਿਰ ਕੀ ਹੁੰਦਾ ਹੈ? ਤਿਸ ਚੁੱਕੈ। ਤਿਸ ਦਾ ਭਾਵ ਹੈ ਤ੍ਰੇ। ਚੁੱਕੈ ਤੋਂ ਭਾਵ ਹੈ ਮੁੱਕ ਜਾਂਦੀ ਹੈ। ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੂਕ ਪੁਕਾਰ। ਤੋ ਜਦੋਂ ਗੁਰੂ ਪਾਸੋਂ ਉਸ ਨੂੰ ਨਾਮ ਜਲ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹਦੀ ਤ੍ਰੇ ਮਿਟ ਜਾਂਦੀ ਹੈ। ਤਿਸ ਚੁੱਕੈ, ਚੁੱਕ ਜਾਂਦੀ ਹੈ, ਮਿਟ ਜਾਂਦੀ ਹੈ। ਤਿਸ ਤ੍ਰਿਸ਼ਨਾ, ਪਿਆਸ। तो नाम जल की प्राप्ति होने ते उस इंसान की त्रे मिट जाती है। तो वह असर की होंदा है? उहदे अंदर सहज उपज है, आत्मक अडोलता उहदे अंदर आ जाती है। उहदा मन डोलनों हट जाता है, अडोलता की अवस्था प्राप्त हो जाती है। चुक्कै कूक पुकार, उहदी फिर कूक पुकार जिहड़ी है, तड़प जिहड़ी है, भटकना है जिहड़ी, वो सब कूक पुकार क्यों होंदी है? बंदा क्यों ਉੱਚੀ ਉੱਚੀ ਕਿਸੇ ਨੂੰ ਹੈਲਪ ਵਾਸਤੇ ਆਵਾਜ਼ਾਂ ਮਾਰਦਾ ਹੈ, ਮੈਨੂੰ ਕੋਈ ਬਚਾ ਲਓ ਬਚਾ ਲਓ, ਤਾਂ ਉਹਨੂੰ ਕਹਿੰਦੇ ਨੇ ਵੀ ਕੂਕ ਪੁਕਾਰ ਕਰ ਰਿਹਾ ਹੈ। ਕਿਉਂ ਕਹਿੰਦਾ ਹੈ? ਜਦੋਂ ਉਹਨੂੰ ਕੋਈ ਤਕਲੀਫ ਹੁੰਦੀ ਹੈ, ਤੇ ਜਿਹਦੀ ਤਕਲੀਫ ਸ਼ਾਂਤ ਹੋ ਜਾਏ, ਜਿਹਦੀ ਤਕਲੀਫ ਦੂਰ ਹੋ ਜਾਏ, ਉਹਨੂੰ ਕੂਕ ਪੁਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਤਾਂ ਚੁੱਕਾ ਕੂਕ ਪੁਕਾਰ, ਉਹ ਜਿਹੜੀ ਉਹਦੀ ਕੂਕ ਪੁਕਾਰ ਸੀ, ਜਿਹੜੀ ਉਹ ਤ੍ਰਿਸ਼ਨਾ ਦੇ ਵਿੱਚ ਸੜ ਰਿਹਾ ਸੀ, ਮਾਇਆ ਦੇ ਵਿਕਾਰਾਂ ਦੇ ਵਿੱਚ ਤੜਪ ਰਿਹਾ ਸੀ, ਉਹ ਸਭ ਚੀਜ਼ਾਂ ਜਿਹੜੀਆਂ ਹਨ ਮਿਟ ਜਾਂਦੀਆਂ ਹਨ। ਉਹਦੀ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਉਹਦੀ ਆਤਮਾ ਨੂੰ ਠੰਡ ਮਿਲ ਜਾਂਦੀ ਹੈ, ਅਡੋਲਤਾ ਦੀ ਅਵਸਥਾ ਬਣ ਜਾਂਦੀ ਹੈ, ਤੇ ਉਹਦੀ ਕੂਕ ਪੁਕਾਰ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਅੰਤਲੀ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ, ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਤਾਰ। ਤੇ ਗੁਰੂ ਦੇ ਸਨਮੁਖ ਹੋ ਕੇ ਹੀ ਇਨਸਾਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਤ੍ਰਿਸ਼ਨਾ ਮੁਕਦੀ ਹੈ, ਤੇ नाम की बरकत के नाल ही आत्मक अडोलता की अवस्था या आत्मक ठंड प्राप्त होती है। तो इसलिए हे भाई हमेशा ही अपने हृदय दे विच उस नाम नू टिकाई रखो, नाम रखो और तार। ये प्रेरणादायक फ्रेज है कि ये गल समझाते हैं कि भाई गुरमुख शांत हुए, गुरु दे सन्मुख हो के गुरु की शरण पिया ही इंसान नू शांति प्राप्त होती है। इसलिए हे भाई नाम रखो और तार। और मैंने हृदय तार टिका के, हृदय में टिका के रखो। की रखो? नाम, प्रभु का नाम अपने हृदय में टिका के रखो, ता ही तुहानू ये शांति प्राप्त होएगी, तुहाडी कूक पुकार भी मुक्केगी, तुहाडी तड़प भी खत्म हो जाएगी, जे गुरु के सन्मुख होके अपने हृदय दे विच प्रभु के नाम नू टिका लोगे। तो बबीहे की मिसाल लैके गुरु साहब इत्थे सानू जीवां नू ये प्रेरणा दे रहे हैं कि जिवें बबीहा केवल ते केवल बदल दे उत्ते ही टेक रखता है, उसे नू ही पुकारदा है, जद तिकन बदल तो वर्षा हो के उन्होंने प्यास बूंद नहीं मिलती, उसकी प्यास मिटती नहीं है। तिवें ही गुरु के सन्मुख होके गुरु पासों नाम जल की प्राप्ति हो जाती है। जिस नाम जल के प्राप्त कीतियां सारे विकारां दे, तृष्णा दे दुख जिहड़े हन वो मिट जाते हैं, इंसान की तड़प मिट जाती है, अडोलता की अवस्था प्राप्त हो जाती है, तो इसलिए उसकी कूक पुकार जिहड़ी है वो भी खत्म हो जाती है। तो हे भाई गुरु के सन्मुख होके ये आत्मक शांति
ਪ੍ਰਾਪਤ ਹੁੰਦੀ ਹੈ, ਆਤਮਿਕ ਠੰਡਕ ਪ੍ਰਾਪਤ ਹੁੰਦੀ ਹੈ। ਇਸ ਲਈ ਤੁਸੀਂ ਵੀ ਆਪਣੇ ਹਿਰਦੇ ਦੇ ਵਿੱਚ ਉਸ ਪ੍ਰਭੂ ਦਾ ਨਾਮ ਟਿਕਾ ਕੇ ਰੱਖੋ, ਔਰ ਧਾਰ ਹਿਰਦੇ ਦੇ ਵਿੱਚ ਧਾਰਨ ਕਰੋ, ਹਿਰਦੇ ਵਿੱਚ ਟਿਕਾ ਕੇ ਰੱਖੋ। ਭਾਵ ਆਪਣੀ ਸੋਚ ਦੇ ਵਿੱਚ ਉਸ ਪ੍ਰਭੂ ਦੀ ਵਡਿਆਈਆਂ, ਪ੍ਰਭੂ ਦੀ ਸਿਫਤਾਂ ਨੂੰ ਹਮੇਸ਼ਾ ਹੀ ਆਪਣੇ ਚੇਤੇ ਵਿੱਚ ਰੱਖੋ। ਅਗਲਾ ਸ਼ਲੋਕ ਨੰਬਰ ਜੋ 55 ਹੈ, ਉਹਦੇ ਵਿੱਚ ਫੇਰ ਇਹ ਬਬੀਹੇ ਵਾਲੀ ਗੱਲ ਕੰਟੀਨਿਊ ਹੈ। ਬਬੀਹਾ ਤੂੰ ਸੱਚ ਚਾਓ, ਸੱਚੇ ਸੋ ਲਿਵ ਲਾਏ, ਬੋਲਿਆ ਤੇਰਾ ਥਾਏ ਪਵੈ, ਗੁਰਮੁਖ ਹੋਏ ਅਲਾਏ, ਸ਼ਬਦ ਚੀਨ ਤਿਖ ਉਤਰੈ, ਮਨ ਲੈ ਰਜ਼ਾਏ, ਚਾਰੇ ਕੁੰਡਾ ਝੋਕ ਵਰਸਦਾ, ਬੂੰਦ ਪਵੈ ਸਹਿਜ ਸੁਭਾਏ, ਜਲ ਹੀ ਤੇ ਸਭ ਉਪਜੈ, ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪੀਆ, ਤਿਸ ਭੂਖ ਨਾ ਲਾਗੈ। ਹੁਣ ਸੰਬੋਧਨ ਕਰ ਰਹੇ ਹਨ ਬਬੀਹੇ, ਪਰ ਇਹ ਉਪਦੇਸ਼ ਸਾਡੇ ਵਾਸਤੇ ਹੀ ਹੈ। ਕੋਈ ਗੁਰਸਿੱਖ ਬਬੀਹੇ ਨੂੰ ਸੰਬੋਧਨ ਹੈ। ਇਹ ਬਬੀਹਾ ਤੂੰ ਸੱਚ ਚਾਓ, ਸੱਚ ਚਾਓ। ਚਾਓ ਦਾ ਅਰਥ ਹੁੰਦਾ ਹੈ ਬੋਲ। ਤੇ ਤੂੰ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਹੀ ਨਾਮ ਬੋਲ। ਤੂੰ ਸੱਚ ਚਾਓ, ਸੱਚੇ ਸੋ ਲਿਵ ਲਾਏ। ਤੂੰ ਉਹਦੇ ਨਾਲ, ਸੋ ਮੈਨੇ ਉਹਦੇ ਨਾਲ, ਸੱਚੇ ਸੋ, ਸੱਚੇ ਸਿਓ ਉਹਦੇ ਨਾਲ ਲਿਵ ਲਾਏ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜ ਲੈ। ਇਹ ਬਬੀਹਾ ਤੂੰ ਸੱਚ ਚਾਓ, ਸੱਚੇ ਸੋ ਲਿਵ ਲਾਏ। ਤਾਂ ਹੁਣ ਇਹ ਸ਼ਬਦਾਵਲੀ ਬਬੀਹੇ ਨੂੰ ਸੰਬੋਧਨ ਹੈ, ਪਰ ਇਹ ਤਾਂ ਆਪ ਈਜ਼ੀਲੀ ਇਸ ਗੱਲ ਨੂੰ ਅੰਡਰਸਟੈਂਡ ਕਰ ਹੀ ਸਕਦੇ ਹੋ ਕਿ ਵੀ ਬਬੀਹਾ ਤੇ ਸਿਰਫ ਆਪਣੀ ਪਾਣੀ ਦੀ ਬੂੰਦ ਵਾਸਤੇ, ਪਿਆਸ ਵਾਸਤੇ ਆਪਣੀ ਆਵਾਜ਼ ਕੱਢਦਾ ਹੈ, ਜਿਹੜੀ ਟਰੋ ਟਰੋ ਕਰਦਾ ਹੈ, ਜੋ ਵੀ ਕਰਦਾ, ਪਰ ਸੁਣਨ ਵਾਲੇ ਨੂੰ ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹਨੂੰ ਪ੍ਰਿਓ ਪ੍ਰਿਓ ਸੁਣਾਈ ਦਿੰਦੀ ਹੈ। ਉਹਨੂੰ ਇਉਂ ਲੱਗਦਾ ਹੈ ਕਿ ਜਿਵੇਂ ਬਬੀਹਾ ਵੀ ਆਪਣੇ ਪਿਆਰੇ ਨੂੰ ਯਾਦ ਕਰ ਰਿਹਾ। तो इसलिए उस बबीहे की जिहड़ी स्ट्रॉन्ग डिजायर है, बिल्कुल फोकस है उसका कि भी सिर्फ उसका बदल की बूंद वाल ही ध्यान है, होर किसी पानी वालों तकदा भी नहीं है। तो उस दी मिसाल नूं वरतदे होया गुरसिख नूं भी बबीहा तसव्वुर करके गुरु साहब ने जो इस शब्द दे विच उपदेश किया है कि बबीहा तू सच चाओ, सच्चे सौ लिव लाए। जिवें बबीहा प्रियो प्रियो करता है, हे गुरसिख बबीहे तू भी उस सच्चे नाम दी जो आत्मक बूंद है उसे नूं ही, उसे दा ही नाम लै, उसे नूं ही चेते कर, उहदे नाल ही अपनी सुरत जोड़। बोलिया तेरा थाए पवै, गुरमुख होए अलाए। तो गुरु दी शरण च, गुरु दे सन्मुख हो के तू उसका नाम लिया कर। अलाए दा भाव है बोलिया कर, बोल। गुरमुख होए अलाए, गुरमुख होए गुरु दे सन्मुख हो के, गुरु दी शरण विच हो के, अलाए बोल, इस चीज का उच्चारण कर, ताकि होएगा बोलिया तेरा थाए पवे। फिर तेरा बोलिया होया थाए पवेगा। थाए पवे तो भाव की है, थाए पवे फ्रेज उत्थे वरत्या जाता है जिथे कोई कीती हुई रिक्वेस्ट, कीती हुई अरदास कबूल हो जाती है। तो आम असी ये लफ्ज वरतते हैं भी ओदी कीती अरदास थाए पई है। थाए पई मतलब अपनी मंजिल नूं पहुंच गई है, जिथे भेजनी सी मैसेज, जिथे भेजना सीगा उत्थे मैसेज रिसीव हो गया है ते हुण वो मैसेज के उपर एक्शन भी हो गया है। जिवें WhatsApp के उत्ते असीं देखदे हां भी वो जिहड़े दो टिक ने वो ब्लू हो गए ने, मतलब मैसेज पहुंच गया रिसीव। ते जदों मैसेज की एक्नॉलेजमेंट भी आ जाए तो कन्फर्मेशन डबल हो जाती है भी हाँ मैसेज मिल भी गया तो अगों रिस्पॉन्स भी आ गई है। तो यही गल समझो कि बोलिया तेरा थाए पवै, गुरमुख होए लाए। जे तो गुरु के सन्मुख होके उस प्रभु का नाम उच्चारण करेगा, उसका नाम लेगा, तो बोलिया तेरा थाए पवे। प्रभु की दरगाह विच तेरी पुकार सुनी जाएगी, तेरे मन की इच्छा प्रभु के नाल मिलाप दी, प्रभु के गुणा के नाल सांझ पाउण दी तेरे मन की इच्छा जिहड़ी है वो प्रभु की दरगाह दे विच सुनी जाएगी तो प्रवान होएगी। फिर उसका असर की होएगा, शब्द चीन तिख उतरै, मन लै रजाए। गुरु के शब्द नाल सांझ पा। चीनन का भाव हुंदा है पछाण करनी। तो पछाण किवें हुंदी है, जदों किसी चीज़ के बारे साडी अंडरस्टैंडिंग हो जाए, किसी चीज़ नूं असीं समझना शुरू कर दईए, किसी बंदे नूं असीं किवें पछाणदे हां, जदों ओहदी डिस्क्रिप्शन, ओहदा रूप रंग आकार
ਉਹ ਸਾਡੇ ਧਿਆਨ ਦੇ ਵਿੱਚ ਟਿਕ ਜਾਂਦਾ ਹੈ। ਸਾਨੂੰ ਅਸੀਂ ਨੋਟ ਕਰ ਲੈਂਦੇ ਹਾਂ ਕਿ ਵੀ ਇਹ ਬੰਦੇ ਦੀ ਸ਼ਕਲ ਕਿਹੋ ਜਿਹੀ ਹੈ, ਇਹਦਾ ਕਿਹੋ ਜਿਹਾ ਆਕਾਰ ਹੈ, ਕਿਹੋ ਜਿਹਾ ਇਹਦੀ ਹਾਈਟ ਹੈ, ਕਿਸ ਤਰ੍ਹਾਂ ਦਾ ਸਾਈਜ਼ ਹੈ, ਰੰਗ ਰੂਪ ਕੀ ਹੈ। ਤਾਂ ਉਹਨਾਂ ਕੁਆਲਿਟੀਜ਼ ਨੂੰ ਅਸੀਂ ਜਦੋਂ ਕੋਰਿਲੇਟ ਕਰਦੇ ਹਾਂ ਤੇ ਫਿਰ ਅਸੀਂ ਕਹਿੰਦੇ ਹਾਂ ਮੈਂ ਇਹਨੂੰ ਪਛਾਣਦਾ ਹਾਂ ਵੀ ਉਹ ਜੋ ਮੇਰੀ ਮੈਮਰੀ ਦੇ ਵਿੱਚ ਜੋ ਇੱਕ ਰਿਕਾਰਡ ਸੀਗਾ ਇਹ ਉਹਦੇ ਨਾਲ ਮੈਚ ਕਰ ਰਿਹਾ ਹੈ, ਇਹ ਬੰਦਾ ਉਹੀ ਹੈ ਜਿਹਨੂੰ ਮੈਂ ਜਾਣਦਾ, ਮੈਂ ਪਛਾਣਦਾ। ਤੋ ਬੰਦੇ ਨੂੰ ਅਸੀਂ ਪਛਾਣ ਲੈਂਦੇ ਹਾਂ ਉਹਦੇ ਕਰੈਕਟਰਿਸਟਿਕਸ ਤੋਂ, ਉਹਦੀ ਕੁਆਲਿਟੀਜ਼ ਤੋਂ। ਤੋ ਸ਼ਬਦ ਚੀਨ ਤੋਂ ਭਾਵ ਹੈ ਜੋ ਸ਼ਬਦ ਦੀ ਜੋ ਸਿੱਖਿਆ ਹੈ ਉਹ ਅਗਰ ਜੇ ਸਾਡੇ ਹਿਰਦੇ ਦੇ ਵਿੱਚ, ਸਾਡੀ ਮੈਮਰੀ ਦੇ ਵਿੱਚ, ਸਾਡੀ ਯਾਦ ਦੇ ਵਿੱਚ ਵਸ ਜਾਵੇ, ਜਿਹਦੇ ਨਾਲ ਅਸੀਂ ਕੋਰਿਲੇਟ ਕਰ ਸਕੀਏ, ਤਾਂ ਅਸੀਂ ਮਾਨੋ ਸ਼ਬਦ ਨੂੰ ਪਛਾਣ ਲਿਆ ਹੈ, ਸ਼ਬਦ ਦੇ ਨਾਲ ਸਾਡੀ ਸਾਂਝ ਹੋ ਗਈ ਹੈ। ਤੋ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ। ਸ਼ਬਦ ਦੇ ਨਾਲ ਜਦੋਂ ਤੇਰੀ ਜਾਣ ਪਛਾਣ ਹੋ ਜਾਏਗੀ ਤਾਂ ਫਿਰ ਉਹਦਾ ਅਸਰ ਕੀ ਹੋਏਗਾ ਕਿ ਤੂੰ ਉਸ ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ ਉਹਦੇ ਅਨੁਸਾਰ ਆਪਣਾ ਜੀਵਨ ਚਲਾਏਗਾ ਤੇ ਤੇਰੀ ਤਿਖ ਉਤਰ ਜਾਏਗੀ, ਤੇਰੀ ਜਿਹੜੀ ਅੰਦਰੋਂ ਤ੍ਰਿਸ਼ਨਾ ਹੈ ਉਹ ਦੂਰ ਹੋ ਜਾਏਗੀ। ਪਰਮਾਤਮਾ ਦੇ ਹੁਕਮ ਨੂੰ ਤੂੰ ਜਦੋਂ ਮੰਨਣਾ ਸ਼ੁਰੂ ਕਰ ਦੇਗਾ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸ਼ੁਰੂ ਹੋ ਜਾਏਗਾ, ਤਾਂ ਤੇਰੇ ਅੰਦਰੋਂ ਤ੍ਰਿਸ਼ਨਾ ਜਿਹੜੀ ਹੈ ਉਹ ਆਪਣੇ ਆਪ ਹੀ ਨਿਕਲ ਜਾਏਗੀ। ਤ੍ਰਿਸ਼ਨਾ ਹੁੰਦੀ ਕਿਉਂ ਹੈ? ਜਿੰਨਾ ਕੁਝ ਮੇਰੇ ਕੋਲ ਹੈ ਮੈਨੂੰ ਉਸ ਤੋਂ ਵੱਧ ਚਾਹੀਦਾ ਹੈ, ਜੋ ਕੁਝ ਮੇਰੀ ਆਪਣੀ ਕੈਪੈਸਿਟੀ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਚਾਹੀਦਾ ਹੈ, ਜਿੰਨਾ ਕੁ ਮੇਰੇ ਹੱਕ ਦਾ ਹੈ ਮੈਨੂੰ ਉਸ ਤੋਂ ਵੀ ਜ਼ਿਆਦਾ ਚਾਹੀਦਾ ਹੈ। ਇਹ ਤ੍ਰਿਸ਼ਨਾ ਹੈ। ਆਪਣੇ ਹੱਕ ਦੀ ਕਮਾਈ ਕਰਨਾ, ਆਪਣੇ ਹੱਕ ਦਾ ਚੀਜ਼ਾਂ ਪ੍ਰਾਪਤ ਕਰਨੀਆਂ, ਕੋਈ ਉਹਦੇ ਵਿੱਚ ਦੋਸ਼ ਨਹੀਂ ਹੈ। ਪਰ ਬਹੁਤੇ ਇਨਸਾਨ ਕੀ ਹੈ, ਜਿੰਨਾ ਉਹਨਾਂ ਦੇ ਹੱਕ ਹੁੰਦਾ ਹੈ ਉਸ ਤੋਂ ਹੀ ਵਧੇਕ ਹਾਸਲ ਕਰਨਾ ਚਾਹੁੰਦੇ ਹਨ, ਮਿਹਨਤ ਥੋੜੀ ਕਰਨੀ ਚਾਹੁੰਦੇ ਹਨ, ਰਿਵਾਰਡ ਜ਼ਿਆਦਾ ਪ੍ਰਾਪਤ ਕਰਨਾ ਚਾਹੁੰਦੇ ਹਨ। ਧੋਖਾ ਦੇ ਕੇ, ਠੱਗੀ ਕਰਕੇ, ਗਲਤ ਢੰਗਾਂ ਨੂੰ ਵਰਤ ਕੇ ਆਪਣੇ ਹੱਕ ਤੋਂ ਜ਼ਿਆਦਾ ਕਮਾਈ ਕਰਨੀ ਚਾਹੁੰਦੇ ਹਨ। ਪਰ ਐਸੇ ਕਰਮ ਜਿਹੜੇ ਹਨ ਉਹ ਫਿਰ ਤ੍ਰਿਸ਼ਨਾ ਨੂੰ ਜਨਮ ਦਿੰਦੇ ਹਨ। ਜਿੰਨਾ ਮਿਲਦਾ ਹੈ ਇਨਸਾਨ ਕਹਿੰਦਾ ਇਸ ਤੋਂ ਵੀ ਹੋਰ ਮਿਲ ਜਾਵੇ, ਹੋਰ ਜ਼ਿਆਦਾ ਮਿਲ ਜਾਵੇ, ਤਾਂ ਇਹ ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ। ਪਰ ਜਦੋਂ ਰੱਬ ਦੀ ਰਜ਼ਾ ਮੰਨਣ ਦੇ ਵਾਲੇ ਪਾਸੇ ਇਨਸਾਨ ਤੁਰ ਪੈਂਦਾ ਹੈ, ਆਪਣੇ ਆਪ ਨੂੰ ਮਨਾ ਲੈਂਦਾ ਹੈ ਕਿ ਜੋ ਰੱਬ ਦੀ ਰਜ਼ਾ ਹੈ ਉਹਦੇ ਵਿੱਚ ਹੀ ਸ਼ੁਕਰ ਕਰਨਾ ਹੈ, ਫਿਰ ਆਪਣੇ ਆਪ ਹੀ ਸਬਰ ਤੇ ਸੰਤੋਖ ਜੀਵਨ ਦਾ ਹਿੱਸਾ ਬਣ ਜਾਂਦੇ ਹਨ ਤੇ ਉਹ ਜਿਹੜੀ ਹੋਰ ਦੀ ਤ੍ਰਿਸ਼ਨਾ ਹੈ ਉਹ ਅੰਦਰੋਂ ਖਤਮ ਹੋ ਜਾਂਦੀ ਹੈ। ਫਿਰ ਬੰਦਾ ਆਪਣੇ ਹੱਕ ਤੋਂ ਵੱਧ ਨਹੀਂ ਮੰਗਦਾ, ਫਿਰ ਜਿੰਨਾ ਮਿਲਦਾ ਹੈ ਉਸ ਦੇ ਵਿੱਚ ਹੀ ਰਾਜ਼ੀ ਰਹਿੰਦਾ ਹੈ। ਤੋ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ। ਸ਼ਬਦ ਨੂੰ ਦੀ ਪਛਾਣ ਦਾ ਇਹ ਇੱਕ ਨਿਸ਼ਾਨੀ ਹੈ। ਜਿਸ ਇਨਸਾਨ ਦੇ ਜੀਵਨ ਦੇ ਵਿੱਚ ਸਬਰ ਸੰਤੋਖ ਹੈ, ਜਿਹੜਾ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਜਿਹਦੇ ਜੀਵਨ ਦੇ ਵਿੱਚੋਂ ਨਜ਼ਰ ਆਉਂਦਾ ਹੈ, ਉਹਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਹਨੇ ਵਾਕਈ ਸ਼ਬਦ ਦੇ ਨਾਲ ਪਛਾਣ ਪਾ ਲਈ ਹੈ, ਉਹਨੂੰ ਸ਼ਬਦ ਦੀ ਸੋਝੀ ਹੋ ਗਈ ਹੈ। ਇੰਟੈਲੈਕਚੁਅਲ ਲੈਵਲ ਦੇ ਉੱਤੇ, ਦਿਮਾਗੀ ਲੈਵਲ ਦੇ ਉੱਤੇ ਸ਼ਬਦ ਦੇ ਅਰਥ ਕਰ ਲੈਣੇ, ਸਮਝ ਲੈਣੇ, ਦੂਜਿਆਂ ਨੂੰ ਸਮਝਾ ਲੈਣੇ, ਬੋਲ ਕੇ ਸੁਣਾ ਦੇਣੇ, ਇਹਦੇ ਆਪਣੇ ਆਪ ਵਿੱਚ ਕੋਈ ਇੰਨੀ ਜ਼ਿਆਦਾ ਰੈਲੇਵੈਂਸ ਨਹੀਂ ਹੈ। ਅਸਲ ਚੈੱਕ ਇਹਦਾ ਕੀ ਹੈ? ਅਸਲ ਰੈਲੇਵੈਂਸ ਹੈ ਕਿ ਜਦੋਂ ਜੀਵਨ ਦੇ ਵਿੱਚੋਂ ਸ਼ਬਦ ਪ੍ਰਗਟ ਹੋ ਜਾਵੇ, ਜਦੋਂ ਕਿਰਦਾਰ ਦੇ ਵਿੱਚੋਂ ਸ਼ਬਦ ਦਾ ਉਪਦੇਸ਼ ਨਜ਼ਰ ਆਵੇ ਕਿ ਮਨ ਲੈ ਰਜਾਏ, ਜਦੋਂ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਜੀਵਨ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਏ, ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਹਾਂ ਇਹ ਸ਼ਬਦ ਨੂੰ ਚੀਨਿਆ ਗਿਆ ਹੈ। ਤਾਂ ਐਸੇ ਇਨਸਾਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਤੋ ਇੱਕ ਗੱਲ ਤੇ ਬੜੀ ਸਪਸ਼ਟ ਹੋ ਗਈ ਕਿ ਜਿਹੜਾ ਇਨਸਾਨ ਅਸੀਂ ਜਦੋਂ ਕਾਰ ਵਿਹਾਰ ਵਿੱਚ ਮਿਲਦੇ ਹਾਂ, ਅਗਰ ਜੇ ਉਹਦੇ ਸੁਭਾਅ ਦੇ ਅੰਦਰ, ਉਹਦੇ ਕਾਰੋਬਾਰ ਦੇ ਢੰਗ ਦੇ ਅੰਦਰ ਤ੍ਰਿਸ਼ਨਾ ਦਾ ਹੀ ਨਜ਼ਾਰਾ ਨਜ਼ਰ ਆਉਂਦਾ ਹੋਵੇ, ਜਦੋਂ ਹੋਰ ਦੀ ਤੜਪ ਦੇ ਵਿੱਚ ਜਾਇਜ਼ ਨਜਾਇਜ਼ ਸਭ ਕੰਮ ਕਰਦਾ ਹੋਵੇ, ਸੱਚ ਝੂਠ ਦੀ ਕੋਈ ਪਰਵਾਹ ਨਾ ਕਰਦਾ ਹੋਵੇ, ਤਾਂ ਫਿਰ ਤਾਂ ਪੱਕਾ ਹੀ ਹੈ ਕਿ ਵੀ ਉਹਦੇ ਅੰਦਰ ਜੇ ਤ੍ਰਿਸ਼ਨਾ ਜਿਹੜੀ ਹੈ ਉਹ ਆਪਣਾ ਪੂਰੇ ਜੋਬਨ ਦੇ ਉੱਤੇ ਹੈ। ਤਾਂ ਫਿਰ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਉਹ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲਾ ਇਨਸਾਨ ਹੈ। ਜਿਹਦੇ ਅੰਦਰ ਤ੍ਰਿਸ਼ਨਾ ਹੈ ਉਹ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲਾ ਨਹੀਂ ਹੈ, ਤਾਂ ਫਿਰ ਉਹਨੇ ਉਹਦੇ ਸ਼ਬਦ ਨੂੰ ਵੀ ਨਹੀਂ ਸਮਝਿਆ ਹੈ। ਭਾਵੇਂ ਮੂੰਹੋਂ ਜਿੰਨਾ ਮਰਜ਼ੀ ਕਿਸੇ ਨੂੰ ਸ਼ਬਦ ਦੀ ਲੈਂਗੁਏਜ, ਸ਼ਬਦ ਦੇ ਭਾਵ ਬੜੀ ਚੰਗੀ ਤਰ੍ਹਾਂ ਆਉਂਦੇ ਹੋਣ, ਬੋਲਣੇ ਵੀ ਆਉਂਦੇ ਹੋਣ, ਸਮਝਾਣੇ ਵੀ ਆਉਂਦੇ ਹੋਣ, ਜੇ ਜੀਵਨ ਦੇ ਅੰਦਰ ਸ਼ਬਦ ਆਚਾਰ ਦੇ ਅੰਦਰ ਅਜੇ ਨਹੀਂ ਉਤਰਿਆ ਤਾਂ ਉਹ ਸ਼ਬਦ ਨੂੰ ਉਹਦੀ ਜੋ ਸ਼ਬਦ ਨਾਲ ਜਾਣ ਪਛਾਣ ਅਜੇ ਹੋਈ ਨਹੀਂ, ਉਹਨੇ ਸ਼ਬਦ ਨੂੰ ਅਜੇ ਪਛਾਣਿਆ ਨਹੀਂ ਹੈ। ਤਾਂ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ, ਇਹ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ, ਅੰਦਰੋਂ ਤ੍ਰਿਸ਼ਨਾ ਮੁੱਕ ਜਾਣੀ ਹੀ ਸਭ ਤੋਂ ਵੱਡੀ ਪਛਾਣ ਹੈ ਸ਼ਬਦ ਦੇ ਭਾਵ ਨੂੰ ਸਮਝ ਕੇ ਉਹਦੇ ਨਾਲ ਸਾਂਝ ਪਾਉਣ ਦੀ। ਅਗਲੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਚਾਰੇ ਕੁੰਡਾਂ ਝੋਕ ਵਰਸਦਾ, ਬੂੰਦ ਪਵੈ ਸਹਿਜ ਸੁਭਾਏ।
ਇਹ ਹੁਣ ਗੱਲ ਕਰ ਰਹੇ ਹਨ ਕਿ परमात्मा का जो बख्शंद सुभाव है, दयालु सुभाव है कि चारे कुंडा झोंक वरस, झोंक का मतलब है झुक के। बदल लगातार झड़ी उदों ही लगती है जदों ਬੱਦਲ ਪਾਣੀ ਦੇ ਨਾਲ ਭਰੇ ਹੋਏ ਹੁੰਦੇ ਹਨ ਤੇ ਉਹ ਝੁਕ ਜਾਂਦੇ ਹਨ ਆਪਣੇ ਵਜ਼ਨ ਦੇ ਨਾਲ, ਫਿਰ ਉਹ ਨੀਵੇਂ ਹੋ ਜਾਂਦੇ ਹਨ। ਜਿਹੜੇ ਬੱਦਲ ਅਸਮਾਨ ਦੇ ਵਿੱਚ ਉੱਚੇ ਉੱਡਦੇ ਹੁੰਦੇ ਹਨ, ਦੂਰ ਹੁੰਦੇ ਹਨ, ਹਲਕੇ ਹਲਕੇ ਹੁੰਦੇ ਹਨ, ਉਹ ਅਸੀਂ ਲੋਕ ਸਮਝਦੇ ਹਾਂ ਕਿ ਵੀ ਨਹੀਂ ਇਹ ਵਰਸਣ ਵਾਲੇ ਨਹੀਂ ਹੈਗੇ, ਇਹ ਇੰਨੇ ਉੱਚੇ ਉੱਡ ਰਹੇ ਬੱਦਲ ਨੇ, ਇਹਨਾਂ 'ਚ ਬਾਰਿਸ਼ ਨਹੀਂ ਆਣੀ। ਪਰ ਜਿਹੜਾ ਬੱਦਲ ਗਹਿਰਾ ਹੋਇਆ ਹੋਵੇ, ਪਾਣੀ ਦੇ ਨਾਲ ਭਰਿਆ ਹੋਵੇ ਔਰ ਝੁਕਿਆ ਹੋਵੇ, ਤਾਂ ਉਹ ਦੇਖ ਕੇ ਹੀ ਅੰਦਾਜ਼ਾ ਹੋ ਜਾਂਦਾ ਵੀ ਹਾਂ ਇਹ ਤਾਂ ਬਰਸੇਗਾ। ਤਾਂ ਚਾਰੇ ਕੁੰਡਾਂ ਝੋਕ ਵਰਸਦਾ, ਝੜੀ ਲੱਗ ਜਾਂਦੀ ਹੈ ਚਾਰੇ ਪਾਸੇ। ਫਿਰ ਲਗਾਤਾਰ ਉਹ ਝੁਕਿਆ ਹੋਇਆ ਬੱਦਲ ਜਦੋਂ ਵਰਸਦਾ ਹੈ ਤਾਂ ਫਿਰ ਕੀ ਹੁੰਦਾ ਹੈ, ਬੂੰਦ ਪਵੇ ਸਹਿਜ ਸੁਭਾਏ। ਜਿਵੇਂ ਉਹ ਬੱਦਲ ਵਸਦਾ ਹੈ ਤੇ ਫਿਰ ਹਰ ਕਿਸੇ ਨੂੰ ਮਾਨੋ ਸਰਸ਼ਾਰ ਕਰ ਦਿੰਦਾ ਹੈ, ਹਰ ਬੰਦਾ ਭਿੱਜ ਜਾਂਦਾ ਹੈ। ਤਾਂ ਪਪੀਹੇ ਨੂੰ ਵੀ ਫਿਰ ਬੂੰਦ ਮਿਲ ਜਾਂਦੀ ਹੈ ਜਦੋਂ ਬੱਦਲ ਵਰਸਦਾ ਹੈ। ਉਹ ਜਦੋਂ परमात्मा ਦੀ ਬਰਕਤ ਹੁੰਦੀ ਹੈ ਤਾਂ ਉਸ परमात्मा ਦੀ ਬਰਕਤ ਬਖਸ਼ਿਸ਼ ਹੁੰਦੀ ਹੈ ਤੇ ਉਹ ਚਾਰੇ ਪਾਸੇ ਉਹ ਤਾਂ ਆਪਣੇ ਨਾਮ ਜਲ ਦੀ ਛਹਿਬਰ ਲਗਾਈ ਰੱਖਦਾ ਹੈ। ਹਰ ਇਨਸਾਨ ਵਾਸਤੇ ਉਹ ਅਵੇਲੇਬਲ ਹੈ, ਬਸ਼ਰਤੇ ਕਿਸੇ ਨੂੰ ਪ੍ਰਾਪਤ ਕਰਨ ਦੀ ਇੱਛਾ ਹੋਵੇ। ਹੁਣ ਬਰਸਾਤ ਹੁੰਦੀ ਹੈ ਤੇ ਜੇ ਪਪੀਹਾ ਮੂੰਹ ਨਾ ਹੀ ਖੋਲੇ ਤਾਂ ਫਿਰ ਉਹਨੂੰ ਕਿੱਥੋਂ ਪ੍ਰਾਪਤ ਹੋਏਗੀ। ਤਾਂ ਇਵੇਂ ਹੀ ਪ੍ਰਭੂ ਦਾ ਨਾਮ ਦੀ ਬਰਸਾਤ ਤਾਂ ਸ੍ਰਿਸ਼ਟੀ ਵਿੱਚ ਹੋ ਹੀ ਰਹੀ ਹੈ, ਪਰ ਉਹਦੇ ਬਾਵਜੂਦ ਵੀ ਕੋਈ ਇਨਸਾਨ ਜੇ ਨਾ ਹੀ ਉਹਨੂੰ ਉਸ ਪਾਸੇ ਧਿਆਨ ਦੇਵੇ ਤਾਂ ਉਹਨੂੰ ਕਿਵੇਂ ਪ੍ਰਾਪਤੀ ਹੋਏਗੀ। तो चारे कुंडा चौक वरसदा, बूंद पवे सहज सुभाए। तो प्राप्त उसे ਨੂੰ ਹੁੰਦੀ ਹੈ ਜਿਹੜਾ ਸਹਿਜ ਸੁਭਾਏ, ਆਤਮਿਕ ਅਡੋਲਤਾ ਦੀ ਅਵਸਥਾ 'ਚ ਪਿਆਰ ਦੇ ਵਿੱਚ ਲੀਨ ਹੁੰਦਾ ਹੈ। तो ਜਿਹਦੇ ਹਿਰਦੇ 'ਚ ਪ੍ਰੇਮ ਹੁੰਦਾ ਹੈ, ਉਸਦੇ ਹਿਰਦੇ ਦੇ ਵਿੱਚ, ਉਹਦੇ ਮੂੰਹ ਦੇ ਵਿੱਚ ਇਹ ਨਾਮ ਜਲ ਦੀ ਬੂੰਦ ਪੈ ਜਾਂਦੀ ਹੈ। ਜਲ ਹੀ ਤੇ ਸਭ ਉਪਜੈ, ਬਿਨ ਜਲ ਪਿਆਸ ਨਾ ਜਾਏ। ਇਹ ਭਾਈ ਜਲ ਦੇ ਨਾਲ ਹੀ ਸਭ ਕੁਝ ਦੁਨੀਆ 'ਚ ਪੈਦਾ ਹੁੰਦਾ ਹੈ ਤੇ ਜਲ ਤੋਂ ਬਿਨਾਂ ਹੀ ਪਿਆਸ ਜਿਹੜੀ ਹੈ ਕਿਸੇ ਦੀ ਮਿਟਦੀ ਨਹੀਂ ਹੈ। ਤਾਂ ਸ੍ਰਿਸ਼ਟੀ ਦੇ ਵਿੱਚ ਜਿਵੇਂ ਇਹ ਗੱਲ ਐਪਲੀਕੇਬਲ ਹੈ ਕਿ ਸ੍ਰਿਸ਼ਟੀ ਦੀ ਸਾਰੀ ਪੈਦਾਵਾਰ ਪਾਣੀ ਦੇ ਸਹਾਰੇ ਹੀ ਹੁੰਦੀ ਹੈ ਤੇ ਪਾਣੀ ਦੇ ਨਾਲ ਹੀ ਸਭ ਦੀ ਪਿਆਸ ਮਿਟਦੀ ਹੈ। ਤਾਂ ਇੱਥੇ ਉਹਦਾ ਭਾਵ ਅਰਥ ਇਹ ਹੈ ਕਿ ਨਾਮ ਜਲ ਜੋ ਹੈ, ਪ੍ਰਭੂ ਦੇ ਨਾਮ ਰੂਪੀ ਜਲ ਦੇ ਨਾਲ ਹੀ ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਤਰੱਕੀ ਹੁੰਦੀ ਹੈ। ਸਭ ਜੀਵਾਂ ਦੇ ਜੋ ਆਤਮਿਕ ਤਰੱਕੀ ਹੈ ਉਹ ਵੀ प्रभु के नाम जल दे राही हुंदी है ते प्रभु के नाम जल तो बिना किसी जीव की भी प्यास नहीं बुझदी, ਉਹਦੇ अंदरों तड़प नहीं खत्म हुंदी। तो इसलिए अखीरली पंक्ति गुरु साहब कहते हैं कि नानक हर जल जिन पिया। तो इत्थे नाल स्पष्ट ही कर दिता है कि किस जल की गल हो रही है। हर जल जिन पिया, जिन्हां ने भी वो हरि दे नाम रूपी जल पीता है तिस भूख ना लागे आए। ਹੁਣ ਹੈਰਾਨੀ ਦੀ ਗੱਲ ਇਹ ਹੈ, ਦੇਖੋ ਗੱਲ ਪਿਆਸ ਦੀ ਹੋ ਰਹੀ ਸੀਗੀ ਪਰ ਅਖੀਰ ਤੇ ਗੱਲ ਗੁਰੂ ਸਾਹਿਬ ਨੇ ਭੁੱਖ ਦੀ ਕਰ ਦਿੱਤੀ ਹੈ ਕਿ ਪਿਆਸ ਤਾਂ ਮਿਟਦੀ ਹੈ ਪਰ ਉਹਦੀ ਮਾਇਆ ਦੀ ਭੁੱਖ ਵੀ ਮਿਟ ਜਾਂਦੀ ਹੈ, ਉਹਦੇ ਨੇੜੇ ਨਹੀਂ ਲੱਗਦੀ। ਜਿਨ੍ਹਾਂ ਨੇ ਹਰੀ ਦਾ ਨਾਮ ਰੂਪੀ ਜਲ ਪੀ ਲਿਆ, ਭਾਵ ਜਿਨ੍ਹਾਂ ਨੇ ਆਪਣੀ ਸੁਰਤ ਵਿੱਚ ਪ੍ਰਭੂ ਦੇ ਨਾਮ ਨੂੰ ਵਸਾ ਲਿਆ, ਉਹਨਾਂ ਦੇ ਅੰਦਰੋਂ ਮਾਇਆ ਦੀ ਭੁੱਖ ਜਿਹੜੀ ਹੈ ਖਤਮ ਹੋ ਜਾਂਦੀ ਹੈ, ਸ਼ਾਂਤੀ ਮਿਲ ਜਾਂਦੀ ਹੈ, ਬਿਲਕੁਲ ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ। ਉਹਨਾਂ ਨੂੰ ਫਿਰ ਕੋਈ ਮਾਇਆ ਦੀ ਤ੍ਰਿਸ਼ਨਾ ਭੁੱਖ ਰਹਿ ਹੀ ਨਹੀਂ ਜਾਂਦੀ। तो ये गल ਇਹਦੇ ਅੰਦਰ ਜ਼ੋਰ ਦੇ ਕੇ ਗੁਰੂ ਸਾਹਿਬ ਨੇ ਦ੍ਰਿੜ ਕਰਵਾਈ ਹੈ ਕਿ ਜਿਹੜੇ ਇਨਸਾਨ ਵੀ ਪ੍ਰਭੂ ਦੇ ਨਾਮ ਦੇ ਨਾਲ ਸੁਰਤ ਜੋੜਦੇ ਹਨ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜਦੇ ਹਨ, ਉਹਦਾ ਨਾਮ ਲੈਂਦੇ ਹਨ, ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹ ਉਹਦੀ ਰਜ਼ਾ ਦੇ ਵਿੱਚ ਹੀ ਰਾਜ਼ੀ ਰਹਿੰਦੇ ਹਨ। ਉਹੀ ਕਹੇ ਜਾ ਸਕਦੇ ਹਨ ਕਿ ਉਹਨਾਂ ਨੂੰ ਸ਼ਬਦ ਦੀ ਪਛਾਣ ਹੋ ਗਈ ਹੈ। ਪ੍ਰਭੂ ਦਾ ਬਖਸ਼ੰਦ ਹੈ, ਉਹਦੇ ਨਾਮ ਜਲ ਦੀ ਬਾਰਿਸ਼ ਤਾਂ ਹਰ ਕਿਸੇ ਦੇ ਉੱਪਰ ਹੋ ਰਹੀ ਹੁੰਦੀ ਹੈ ਔਰ ਉਸ ਪ੍ਰਭੂ ਦੇ ਨਾਮ ਜਲ ਦੇ ਰਾਹੀਂ ਹੀ ਸਾਰੇ ਜੀਵਾਂ ਦੇ ਆਤਮਿਕ ਜੀਵਨ ਪ੍ਰਾਪਤੀ ਹੁੰਦੀ ਹੈ ਅਤੇ ਉਹਨਾਂ ਦੀ ਜਿਹੜੀ ਅੰਦਰ ਦੀ ਪਿਆਸ ਹੈ ਉਹ ਵੀ ਇਸ ਪ੍ਰਭੂ ਦੇ ਨਾਮ ਜਲ ਦੇ ਰਾਹੀਂ ਬੁਝਦੀ ਹੈ। ਜਿਹੜੇ ਇਸ ਨਾਮ ਜਲ ਨੂੰ ਪੀ ਲੈਂਦੇ ਹਨ, ਉਹਨਾਂ ਦੇ ਅੰਦਰੋਂ ਮਾਇਆ ਦੀ ਭੁੱਖ ਜਿਹੜੀ ਹੈ ਉਹ ਵੀ ਖਤਮ ਹੋ ਜਾਂਦੀ ਹੈ, ਬਲਕਿ ਉਹਨਾਂ ਦੇ ਤਾਂ ਨੇੜੇ ਹੀ ਨਹੀਂ ਲੱਗਦੀ। तो इस श्लोक के अंदर बबीहे की मिसाल लैके प्रभु के नाम के नाल सुरत जोड़ के जीवन के विच सहज सबर संतोख ते रजा दे विच राजी रहन के जिहड़े गुण हैं उन्हां दी व्याख्या गुरु साहब ने की है और अश्योरेंस यही दी है कि वह प्रभु तो बख्शिंद है, वो तो सब दे उत्ते कृपा कर रहा है। गल सिर्फ यह है कि गुरमुख होए अलाए,
ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੇ ਨਾਮ ਦੇ ਨਾਲ ਜੁੜੋ, ਉਹਦੇ ਨਾਲ ਸੁਰਤ ਨੂੰ ਜੋੜੋ, ਤਾਂ ਬੋਲਿਆ ਤੇਰਾ ਥਾਏ ਪਵੇ। ਤੇਰਾ ਬੋਲਿਆ, ਤੇਰੀ ਕੀਤੀ ਹੋਈ ਪੁਕਾਰ ਮਨਜ਼ੂਰ ਹੋਏਗੀ ਪ੍ਰਭੂ ਦੀ ਦਰਗਾਹ ਵਿੱਚ, ਤੇ ਤੈਨੂੰ ਉਸ ਨਾਮ ਜਲ ਦੀ ਪ੍ਰਾਪਤੀ ਹੋ ਜਾਏਗੀ ਜੇ ਤੂੰ ਗੁਰੂ ਦੇ ਸਨਮੁਖ ਹੋ ਕੇ ਆਪਣੇ ਪ੍ਰਭੂ ਦੇ ਨਾਮ ਨੂੰ ਉਚਾਰਨ ਕਰੇਗਾ, ਉਹਦੇ ਨਾਲ ਆਪਣਾ ਧਿਆਨ ਜੋੜੇਗਾ। तो इतने वचन प्रवान करने की भैया भुल्लां की खिमा। वाहिगुरू जी का खालसा, वाहिगुरू जी की फतेह।